ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 260 ਤੇ ਉਤੋਂ 8 ਪੰਕਤੀਆਂ ਛੱਡ ਕੇ ਹੈ। 48 ਨੰਬਰ ਤੋਂ ਬਾਅਦ ਹੈ ਸ਼ਲੋਕ। ਖੁਦੀ ਮਿਟੀ ਤਬ ਸੁਖ ਪਏ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ। ਖੁਦੀ ਫਾਰਸੀ ਦਾ ਸ਼ਬਦ ਹੈ। ਆਪਣੇ ਅੰਦਰ ਹਉਮੈ ਆਪਾ ਭਾਵ। ਖੁਦੀ ਮਿਟੀ ਤਬ ਸੁਖ ਪਏ, ਜਦੋਂ ਅੰਦਰ ਹਉਮੈ ਖਤਮ ਹੋ ਗਈ ਫਿਰ ਸੁਖ ਦੀ ਪ੍ਰਾਪਤੀ ਹੋ ਗਈ। ਮਨ ਤਨ ਭਏ ਰੋਗ, ਮਨ ਅਤੇ ਤਨ ਅਰੋਗ ਹੋ ਗਏ, ਕਿਉਂਕਿ ਇਹ ਕਈ ਪ੍ਰਕਾਰ ਦੇ ਰੋਗ ਚਿੰਬੜੇ ਹੋਏ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਭ ਤੋਂ ਔਖਾ ਛੱਡਣਾ ਹੰਕਾਰ ਛੱਡਣਾ ਹੁੰਦਾ। ਜਦੋਂ ਹੰਕਾਰ ਛੱਡ ਦਿੱਤਾ ਬਾਕੀ ਸਾਰੇ ਆਪੇ ਖਤਮ ਹੋ ਜਾਂਦੇ ਹਨ। ਇਸ ਲਈ ਮਨ ਤੇ ਤਨ ਅਰੋਗ ਹੋ ਜਾਂਦੇ। ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਜੋਗ। ਉਹ ਪਰਮਾਤਮਾ ਜੋ ਉਸਤ ਵਡਿਆਈ ਕਰਾਉਣ ਦੇ ਯੋਗ ਹੈ ਉਹ ਫਿਰ ਦਿਸਣ ਲੱਗ ਜਾਂਦਾ, ਉਹਦੇ ਦਰਸ਼ਨ ਹੋ ਜਾਂਦੇ ਹਨ। ਅੰਦਰ ਹੰਕਾਰ ਹੀ ਹੈ ਜਿਹੜਾ ਸਾਨੂੰ ਪਰਮਾਤਮਾ ਨਾਲ ਮਿਲਣ ਨਹੀਂ ਦਿੰਦਾ। ਕਿ ਜਿੱਥੇ ਹੰਕਾਰ ਹੋਏਗਾ ਉੱਥੇ ਮੈਂ ਹੋਏਗਾ, ਇੱਕ ਤੂੰ ਹੋਏਗਾ। ਜਿੰਨਾ ਚਿਰ ਬੰਦਾ ਮੈਂ ਨਹੀਂ ਛੱਡਦਾ ਉਹਨਾਂ ਚਿਰ ਤੂੰ 'ਚ ਮਿਲ ਨਹੀਂ ਸਕਦਾ ਹੈ। ਸਾਰੀ ਭਜਨ ਬੰਦਗੀ ਦਾ ਉਦੇਸ਼ ਹੈ ਕਿ ਮਨੁੱਖ ਮੈਂ ਛੱਡ ਦੇਵੇ। ਇਹ ਛੱਡਦਾ ਨਹੀਂ ਹੈਗਾ ਕਿਉਂਕਿ ਇਹਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ ਹੈ ਕਿ ਜੋ ਕੁਝ ਵੀ ਮੇਰੇ ਕੋਲ ਹੈ ਸਰੀਰ ਸਮੇਤ ਇਹ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਇਹ ਕਹਿੰਦੇ ਨੇ ਮੈਂ ਮਿਹਨਤ ਕਰ ਕਰਕੇ ਇਹ ਕੁਛ ਪ੍ਰਾਪਤ ਕੀਤਾ। ਉਹ ਕਹਿੰਦਾ ਜਿਹੜੀ ਮਿਹਨਤ ਤੂੰ ਕਰ ਰਿਹਾ ਚੰਗੀ ਗੱਲ ਹੈ, ਪਰ ਜੇ ਮਿਹਨਤ ਕਰਨ ਦੀ ਦਾਤ ਹੈ ਵੀ ਤਾਂ ਮੈਂ ਹੀ ਤੈਨੂੰ ਦਿੱਤੀ ਹੈ। ਜੇ ਮੈਂ ਤੈਨੂੰ ਮਿਹਨਤੀ ਬਣਾਉਂਦਾ ਹੀ ਨਾ ਫਿਰ। ਇਸ ਲਈ ਹੰਕਾਰ ਜਿਹੜਾ ਹੈ ਸਭ ਤੋਂ ਵੱਡੀ ਰੁਕਾਵਟ ਹੈ ਪਰਮਾਤਮਾ ਦੇ ਮਿਲਣ 'ਚ। ਕਿ ਜਦੋਂ ਫਿਰ ਖੁਦ ਹੀ ਮਿਟ ਗਈ, ਅੰਦਰੋਂ ਹਉਮੈ ਮਿਟ ਗਈ, ਤਬ ਸੁਖ ਪਏ, ਫਿਰ ਸੁਖ ਦੀ ਪ੍ਰਾਪਤੀ ਹੋ ਗਈ। ਮਨ ਤੇ ਤਨ ਅਰੋਗ ਹੋ ਗਏ। ਉਹ ਪਰਮਾਤਮਾ ਜੋ ਉਸਤਤ ਕਰਨ ਦੇ ਯੋਗ ਹੈ ਉਹਦੀ ਦ੍ਰਿਸ਼ਟੀ ਆਇਆ, ਉਹ ਦਿਸਣ ਲੱਗ ਪਿਆ ਹੈ। ਪੌੜੀ। ਖਰਾ ਖਰਾ ਸਰਾਹੋ ਤਾਹੂ, ਖੱਖਾ ਖਰਾ ਸਰਾਹੋ ਤਾਹੂ, ਜੋ ਖਿਨਮੈ ਊਨੇ ਸੁਬਰ ਭਰਾਹੂ। ਖੱਖਾ ਤਾਂ ਅੱਖਰ ਦੀ ਵਰਤੋਂ ਕੀਤੀ ਗਈ ਹੈ। ਖਰਾ ਮਨੇ ਤਾਂ ਬਹੁਤ ਜ਼ਿਆਦਾ। ਸਰਾਹੋ ਤਾਹੂ, ਤਾਹੂ ਨੇ ਉਸ ਨੂੰ। ਭਾਈ ਉਸ ਪਰਮਾਤਮਾ ਦੀ ਬਹੁਤ ਸਿਫਤ ਸਲਾਹ ਕਰੋ ਜੋ ਖਿਨਮੈ ਊਨੇ ਸੁਬਰ ਭਰਾਹੂ। ਸੋ ਭਾਰ ਹੁੰਦਾ ਪੂਰੀ ਤਰ੍ਹਾਂ ਨੱਕਾ ਨੱਕ ਭਰਿਆ, ਊਣੇ ਹੁੰਦਾ ਖਾਲੀ। ਜੋ ਖਾਲੀਆਂ ਨੂੰ 1 ਸੈਕਿੰਡ 'ਚ ਨੱਕਾ ਨੱਕ ਭਰ ਦਿੰਦਾ ਹੈ। ਕਹਿੰਦੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੋ। ਖਰਾ ਨਿਮਾਣਾ ਹੋਤ ਪ੍ਰਾਣੀ। ਜਦੋਂ ਬੰਦਾ ਬਹੁਤ ਨਿਮਾਣਾ ਹੋ ਜਾਂਦਾ ਹੈ, ਬੜੀ ਨਿਮਰਤਾ ਧਾਰਨ ਕਰ ਲੈਂਦਾ ਹੈ, ਅਣ ਦਿਨ ਜਾਪੈ ਪ੍ਰਭ ਨਿਰਬਾਣੀ, ਫਿਰ ਉਹ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਨਿਰਵਾਣ ਅਵਸਥਾ ਉਹ ਹੁੰਦੀ ਜਿੱਥੇ ਕੋਈ ਇੱਛਾ ਨਾ ਹੋਏ। ਜਦੋਂ ਮਨੁੱਖ ਇੱਛਾ ਰਹਿਤ ਹੋ ਜਾਏ ਉਹਨੂੰ ਕਹਿੰਦੇ ਨਿਰਵਾਣ ਪਦਵੀ ਪ੍ਰਾਪਤ ਹੋ ਗਈ ਹੈ। ਪਰਮਾਤਮਾ ਨਿਰਵਾਣ ਹੈ, ਉਹ ਨਿਰਲੇਪ ਹੈ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਉਹ ਨਿਰਲੇਪ ਹੈ, ਉਹ ਇੱਛਾ ਰਹਿਤ ਹੈ, ਉਹਦੀ ਕੋਈ ਇੱਛਾ ਨਹੀਂ ਹੈ। ਫਿਰ ਦਿਨ ਰਾਤ ਉਹ ਪਰਮਾਤਮਾ ਦਾ ਜਾਪ ਕਰਦਾ ਹੈ। ਭਾਵੈ ਖਸਮ ਤਾਂ ਵਾ ਸੁਖ ਦੇਤਾ। ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਸ ਨੂੰ ਫਿਰ ਸੁਖ ਦਿੰਦਾ ਹੈ। ਕਿਸ ਨੂੰ? ਜਿਹੜਾ ਨਾਮ ਜਪਦਾ ਹੈ। ਪਾਰ ਬ੍ਰਹਮ ਐਸੋ ਅਗਣਤਾ। ਅਗਣਤਾ ਹੁੰਦਾ ਜਿਹਦੇ 'ਚ ਅਣਗਿਣਤ ਗੁਣ ਹੋਣ। ਪਰਮਾਤਮਾ 'ਚ ਬੇਅੰਤ ਗੁਣ ਹਨ। ਉਹ ਜੋ ਜਿਸ ਨੂੰ ਚਾਹੇ ਉਹਨੂੰ ਸੁੱਖ ਦੀ ਪ੍ਰਾਪਤੀ ਕਰਾਉਂਦਾ ਹੈ। ਅਸੰਖ ਖਤੇ ਖਿਆਲ ਰੱਖਣਾ,
ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਹੈ। ਇਹ ਉਰਦੂ ਅਤੇ ਫਾਰਸੀ ਦਾ ਸ਼ਬਦ ਹੈ ਖਤੇ। ਪਾਠੀਆਂ ਨੂੰ ਨਾ ਗਿਆਨ ਹੋਣ ਕਰਕੇ ਪੜ੍ਹਿਆ ਸੀ ਖੱਤੇ ਬਹੁਤ ਕਮਾਉਂਦੇ, ਜ਼ੋਰ ਲਾ ਕੇ ਬੋਲਦੇ ਹਨ। ਖਤਾ, ਇਹਨੂੰ ਖੱਤਾ ਨਹੀਂ ਬੋਲਣਾ, ਖੱਤੇ ਨਹੀਂ ਬੋਲਣਾ, ਖਤੇ ਪਾਪ, ਦੋਸ਼, ਕਸੂਰ, ਗਲਤੀਆਂ। ਅਸੰਖ ਖਤੇ ਖਿਨ ਬਖਸ਼ਣਹਾਰ, ਉਹ ਅਸੰਖਾਂ ਹੀ ਗਲਤੀਆਂ ਨੂੰ, ਅਸੰਖਾਂ ਹੀ ਪਾਪਾਂ ਨੂੰ ਇੱਕ ਸੈਕਿੰਡ 'ਚ ਬਖਸ਼ਣ ਵਾਲਾ ਹੈ। ਮਨੁੱਖ ਨੇ ਕਿੰਨੇ ਹੀ ਪਾਪ ਕਿਉਂ ਨਾ ਕੀਤੇ ਹੋਣ, ਕਿੰਨੀਆਂ ਗਲਤੀਆਂ ਕਿਉਂ ਨਾ ਕੀਤੀਆਂ, ਪਰਮਾਤਮਾ ਜੇ ਬਖਸ਼ਣ 'ਤੇ ਆ ਜਾਏ ਸਭ ਬਖਸ਼ ਦਿੰਦਾ। ਸੋ ਅੱਗੇ ਖਿਆਲ ਰੱਖਣਾ ਖਤੇ। ਹਾਲਾਂਕਿ ਮੈਂ ਰਾਤੀ ਪੱਕਿਆ ਕੀਤਾ ਸੀ ਕਿ ਪਹੁੰਚਿਆ ਨਹੀਂ ਹੁੰਦਾ, ਫਿਰ ਵੀ ਕਈ ਪਹੁੰਚਿਆ ਬੋਲ ਰਿਹਾ ਸੀ। ਤਾਂ ਉਹਨੇ ਤਾਂ 10-15 ਮਿੰਟ ਪਹਿਲਾਂ ਕਹੀ ਹੋਈ ਗੱਲ ਹੀ ਨਹੀਂ ਯਾਦ ਰਹਿੰਦੀ ਹੈ ਕਿ ਉਹ ਪੱਕ ਗਿਆ ਹੈ। ਇੱਕ ਭੈੜੀ ਆਦਤ ਜਦੋਂ ਪੱਕ ਜਾਂਦੀ ਉਹਨੂੰ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਉਹ ਪਹੁੰਚਿਆ ਨਹੀਂ ਹੈ, ਉਹ ਹੈ ਪਹੁੰਚਾ। ਕਰ ਕਰ ਇਹੋ ਪਹੁੰਚਾ, ਸਦੜੇ ਨਿਤ ਭਵਨ। ਇਸੇ ਤਰ੍ਹਾਂ ਇਹਨੂੰ ਖੱਤੇ ਨਹੀਂ ਪੜ੍ਹਨਾ, ਖਤੇ। ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ, ਖਤੇ। ਨਾਨਕ ਸਾਹਿਬ ਸਦਾ ਦਿਆਰਾ, ਦਿਆਰਾ ਬਣ ਦਿਆਲੂ। ਪਰਮਾਤਮਾ ਦੇ ਸਦੇ ਦਿਆਲੂ ਹੈ। ਉਹ ਤਾਂ ਅਸੰਖਾਂ ਗਲਤੀਆਂ ਨੂੰ ਇੱਕ ਸੈਕਿੰਡ ਦੇ 'ਚ ਬਖਸ਼ ਦਿੰਦਾ ਹੈ। ਸੋ ਇਸ ਲਈ ਉਹਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ, ਉਹਦਾ ਦਿਨ ਰਾਤ ਨਾਮ ਜਪਦੇ ਰਹਿਣਾ ਚਾਹੀਦਾ, ਤਾਂ ਜੋ ਜਿਹੜੇ ਅਸੀਂ ਪਿਛਲੇ ਜਨਮਾਂ ਜਾਂ ਹੁਣ ਪਾਪ ਕਰਮ ਕੀਤੇ ਨੇ ਉਹ ਬਖਸ਼ੇ ਜਾਣ, ਖਤਮ ਹੋ ਜਾਣ। ਕਿਉਂ ਜੇ ਪਾਪ ਖੜ੍ਹਾ ਹੈ ਤਾਂ ਦੁੱਖ ਵੀ ਖੜ੍ਹਾ। ਜਿੰਨਾ ਚਿਰ ਪਾਪ ਖੜ੍ਹਾ ਉਹਦੀ ਸਜ਼ਾ ਵੀ ਖੜ੍ਹੀ ਹੈ। ਜੇ ਪਾਪ ਹੀ ਬਖਸ਼ ਦਿੱਤਾ ਫਿਰ ਸਜ਼ਾ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਸ਼ਲੋਕ। ਸਤ ਕਹੂੰ ਸੁਣ ਮਨ ਮੇਰੇ, ਸ਼ਰਨ ਪਰੋ ਹਰ ਰਾਏ। ਉਕਤ ਸਿਆਣਪ ਸਗਲ ਤਿਆਗ, ਨਾਨਕ ਲੈ ਸਮਾਏ। ਹੇ ਮੇਰੇ ਮਨ, ਮੈਂ ਤੈਨੂੰ ਸੱਚ ਕਹਿਣਾ। ਸਤ ਕਹੂੰ, ਮੈਂ ਤੈਨੂੰ ਸੱਚ ਆਖਦਾ। ਸੁਣ ਮਨ ਮੇਰੇ, ਹੇ ਮੇਰੇ ਮਨਾ ਮੇਰੀ ਗੱਲ ਸੁਣ। ਸ਼ਰਨ ਪਰੋ ਹਰ ਰਾਏ, ਹਰ ਰਾਏ ਪਰਮਾਤਮਾ, ਪਰਮਾਤਮਾ ਦੀ ਸ਼ਰਨ 'ਚ ਆ ਜਾਓ। ਉਕਤ ਸਿਆਣਪ ਸਗਲ ਤਿਆਗ, ਉਕਤ ਉਹਦੇ ਦਲੀਲ ਬਾਜ਼ੀ। ਬੰਦੇ ਨੇ ਕੋਈ ਨਾਮ ਜਪੋ ਕਿ ਦਲੀਲ ਬਾਜ਼ੀ ਲੱਗਦਾ ਕਰਨ। ਕਹਿੰਦੇ ਆਪਣੀ ਦਲੀਲਾਂ ਛੱਡੋ, ਆਪਣੀ ਸਿਆਣਪ ਛੱਡੋ, ਫਿਰ ਕੀ ਹੋਏਗਾ? ਨਾਨਕ ਲੈ ਸਮਾਏ, ਪਰਮਾਤਮਾ ਤੈਨੂੰ ਆਪਣੇ ਵਿੱਚ ਸਮਾ ਲਏਗਾ, ਲੀਨ ਕਰ ਲਏਗਾ, ਆਪਣੇ ਵਿੱਚ ਮਿਲਾ ਲਵੇਗਾ। ਉਹਦੀ ਸ਼ਰਨ 'ਚ ਆ ਜਾਓ, ਆਪਣੀ ਦਲੀਲਾਂ ਛੱਡੋ, ਆਪਣੀ ਸਿਆਣਪ ਛੱਡੋ। ਹੁਣ ਆਪਾਂ ਗੁਰੂ ਮਹਾਰਾਜ ਮੱਥਾ ਟੇਕਦੇ ਹਾਂ, ਦੋ ਗੱਲਾਂ ਕਾਰਨ ਕਿਸੇ ਨੂੰ ਮੱਥਾ ਟੇਕਿਆ ਜਾਂਦਾ ਹੈ। ਇੱਕ ਤਾਂ ਉਹ ਤਾਂ ਸਾਡੇ ਤੋਂ ਵੱਡਾ ਹੈ, ਅਸੀਂ ਸਤਿਕਾਰ ਵਿੱਚ ਮੱਥਾ ਟੇਕਦੇ ਹਾਂ। ਦੂਜਾ ਸਾਡੇ ਤੋਂ ਵੱਧ ਸਿਆਣਾ ਹੈ, ਅਸੀਂ ਤਾਂ ਵੀ ਮੱਥਾ ਟੇਕਦੇ ਹਾਂ। ਜੋ ਸਿੱਖ ਗੁਰੂ ਨੂੰ ਮੱਥਾ ਟੇਕਦਾ ਉਹਦਾ ਮਤਲਬ ਹੈ ਸੱਚੇ ਪਾਤਸ਼ਾਹ ਮੈਂ ਦਿਲੋਂ ਤੇਰਾ ਸਤਿਕਾਰ ਕਰਦਾ ਹਾਂ ਅਤੇ ਤੂੰ ਮੇਰੇ ਤੋਂ ਵੱਧ ਸਿਆਣਾ ਹੈ। ਮੈਂ ਆਪਣੀ ਸਿਆਣਪ ਤੇਰੇ ਅੱਗੇ ਝੁਕਾਉਂਦਾ ਹਾਂ। ਆਪਣੀ ਸਿਆਣਪ ਛੱਡਣੀ ਹੈ, ਗੁਰੂ ਦੀ ਸਿਆਣਪ ਗ੍ਰਹਿਣ ਕਰਨੀ ਹੈ। ਅਸਲ ਸਿੱਖ ਤੇ ਉਹੀ ਹੁੰਦਾ ਹੈ। ਫਿਰ ਇਹੋ ਜਿਹੇ ਸਿੱਖ ਤੇ ਗੁਰੂ ਮਹਾਰਾਜ ਫਿਰ ਕਿਰਪਾਲੂ ਹੋ ਜਾਂਦੇ ਹਨ। ਪੌੜੀ। ਸੱਸਾ ਸਿਆਣਪ ਛਾੜ ਇਆਨ। ਇੱਕ ਹੁੰਦਾ ਸਿਆਣਾ, ਉਹਦਾ ਵਿਰੋਧੀ ਸ਼ਬਦ ਹੈ ਇਆਨ, ਅਣਜਾਣ। ਹੇ ਅਣਜਾਣ ਇਨਸਾਨ, ਤੂੰ ਹੈ ਤੇ ਅਣਜਾਣ ਪਰ ਆਪਣੇ ਆਪ ਨੂੰ ਸਿਆਣਾ ਸਮਝਦਾ, ਆਪਣੀ ਸਿਆਣਪ ਛੱਡ ਦੇ। ਹੇ ਅਣਜਾਣ, ਤੂੰ ਆਪਣੀ ਸਿਆਣਪ ਛੱਡ ਦੇ। ਹਿਕਮਤ ਹੁਕਮ ਨਾ ਪ੍ਰਭ ਪਤੀਆਨਾ, ਪਤੀਆਨਾ ਹੁੰਦਾ ਖੁਸ਼ ਹਨ। ਹਿਕਮਤ ਹੁੰਦਾ ਚਲਾਕੀਆਂ ਨਾਲ, ਚੁਸਤੀਆਂ ਚਲਾਕੀਆਂ ਨਾਲ ਅਤੇ ਹੁਕਮ ਕਰਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਦੂਜੇ ਨਾਲ ਚੁਸਤੀਆਂ ਚਲਾਕੀਆਂ ਕਰਨਾ, ਦੂਜਿਆਂ 'ਤੇ ਆਪਣਾ ਹੁਕਮ ਚਲਾਉਣਾ, ਇਸ ਦਾ ਪਰਮਾਤਮਾ ਖੁਸ਼ ਨਹੀਂ ਹੁੰਦਾ।
ਸਹਿਸ ਭਾਂਤ ਕਰੇ ਚਤੁਰਾਈ। ਸਹਿਸ ਹਜ਼ਾਰਾਂ ਨੂੰ ਕਹਿੰਦੇ ਨੇ, ਭਾਂਤ ਤਰੀਕਿਆਂ ਨਾਲ। ਤੂੰ ਹਜ਼ਾਰਾਂ ਤਰੀਕਿਆਂ ਨਾਲ ਚਤੁਰਾਈਆਂ ਕਰਦਾ ਹੈ। ਸੰਗ ਤੁਹਾਰਾ ਏਕ ਨਾ ਜਾਏ। ਪਰ ਤੇਰੀ ਕੋਈ ਚਲਾਕੀ, ਤੇਰੀ ਕੋਈ ਚਤੁਰਾਈ, ਤੇਰਾ ਕੋਈ ਹੁਕਮ, ਤੇਰੀ ਕੋਈ ਹਕਮਤ ਤੇਰੇ ਨਾਲ ਨਹੀਂ ਜਾਣੀ। ਸੋ ਸੋ ਜਪ ਦਿਨ ਰਾਤੀ। ਰਾਤੀ ਨਹੀਂ ਪੜ੍ਹਨਾ, ਰਾਤੀ ਦਾ ਬਹੁਵਚਨ ਹੋ ਜਾਏਗਾ ਰਾਤੀ, ਰਾਤਾਂ ਨੂੰ। ਦਿਨ ਰਾਤੀ, ਦਿਨੇ ਵੀ ਤੇ ਰਾਤ ਨੂੰ ਵੀ। ਰੇ ਜੀ ਚਲੇ ਤੁਹਾਰੇ ਸਾਥੀ। ਕਹਿੰਦਾ ਦਿਨ ਰਾਤ ਉਸ ਪਰਮਾਤਮਾ ਦਾ ਨਾਮ ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ। ਹੇ ਜਿੰਦੇ ਜੀ, ਹੇ ਜਿੰਦੇ, ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਤੇਰੇ ਨਾਲ ਜਾਊਗਾ। ਇਹ ਤੇਰਾ ਸਾਥੀ ਬਣ ਕੇ ਤੇਰੇ ਨਾਲ ਜਾਏਗਾ। ਇਸ ਲਈ ਦਿਨ ਰਾਤ ਨਾਮ ਜਪ। ਸਾਧ ਸੇਵਾ ਲਾਵੇ ਜਿਹ ਆਪੇ। ਗੁਰੂ ਦੀ ਸੇਵਾ ਜਿਸ ਨੂੰ ਪਰਮਾਤਮਾ ਆਪ ਲਾਉਂਦਾ ਹੈ, ਨਾਨਕ ਤਾਕੋ ਦੁੱਖ ਨਾ ਵਿਆਪੈ। ਉਹਨੂੰ ਕੋਈ ਦੁੱਖ ਨਹੀਂ ਚੰਬੜਦਾ, ਉਹਨੂੰ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਨੇ ਸੇਵਾ ਚਲਾਤਾ ਗੁਰੂ ਦੀ। ਤੇ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਜਿਵੇਂ ਗੋਇੰਦਵਾਲ ਸਾਹਿਬ ਦੇ ਨੇੜੇ ਇੱਕ ਤਲਵੰਡੀ ਪਿੰਡ ਹੁੰਦਾ, ਉੱਥੇ ਇੱਕ ਲੰਗੜਾ ਸਿੱਖ ਸੀ। ਉਹ ਰੋਜ਼ ਦਹੀਂ ਲੈ ਕੇ ਪਿੰਡੋਂ ਜਾਇਆ ਕਰਦਾ ਸੀ। ਤੀਸਰੇ ਪਾਤਸ਼ਾਹ ਉਹ ਦਹੀਂ ਨਾਲ ਰੋਟੀ ਖਾਇਆ ਕਰਦੇ ਸੀ। ਇੱਕ ਵਾਰੀ ਜਾ ਰਿਹਾ ਹੈ, ਅੱਗੋਂ ਚੌਧਰੀ ਮਿਲਿਆ ਪਿੰਡ ਦਾ। ਉਹ ਕਹਿੰਦਾ ਲੰਗੜੇ ਤੂੰ ਕਿੱਥੇ ਜਾਂਦਾ ਰੋਜ਼? ਕਹਿੰਦਾ ਜੀ ਮੈਂ ਗੁਰੂ ਅਮਰਦਾਸ ਮਹਾਰਾਜ ਲਈ ਦਹੀਂ ਲੈ ਕੇ ਜਾਂਦਾ। ਕਹਿੰਦੇ ਤੂੰ ਫਿਰ ਉਹਨਾਂ ਨੂੰ ਕਹਿੰਦਾ ਕਿਉਂ ਨਹੀਂ, ਜੇ ਮੇਰੀ ਲੱਤ ਠੀਕ ਕਰ ਦਿਓ? ਕਹਿੰਦੇ ਕਿਉਂ ਮੇਰੀ ਲੱਤ ਠੀਕ ਕਰ ਦਿਓ? ਲਈ ਜਾਣੇ, ਕਹਿੰਦੇ ਰੋਜ਼ ਦਹੀਂ ਲਈ ਜਾਣਾ, ਇਹ ਉਹ ਕਹੀ ਗਿਆ ਕੁਛ ਨਾ ਕੁਛ। ਚਲੋ ਚੁੱਪ ਰਿਹਾ। ਜਾ ਕੇ ਫਿਰ ਉਦਾਸ ਤੇ ਹੋਣੇ ਸੀ, ਗੁਰੂ ਮਹਾਰਾਜ ਤਾਂ ਜਾਣੀ ਜਾਣ ਸਨ। ਕਹਿੰਦੇ ਭਾਈ ਕੀ ਹੋ ਗਿਆ ਗੱਲ, ਅੱਜ ਤੋਂ ਉਦਾਸ ਹੈ? ਕਹਿੰਦੇ ਜੀ ਮੈਨੂੰ ਪਿੰਡ ਦੇ ਚੌਧਰੀ ਨੇ ਐਂ ਕਿਹਾ, ਨਾਸਤਕ ਬੰਦਾ। ਕਹਿੰਦੇ ਅੱਛਾ। ਬਾਹਰ ਨਾ ਬਾਬਾ ਬੁੱਢਾ ਜੀ ਵਾਣ ਵੱਟ ਰਹੇ ਨੇ, ਉਹਨਾਂ ਨੂੰ ਕਹਿ ਜੀ ਮੇਰੀ ਲੱਤ ਠੀਕ ਕਰ ਦਿਓ। ਜਾ ਕੇ ਕਹਿੰਦਾ ਬਾਬਾ ਬੁੱਢਾ ਜੀ ਨੂੰ, ਮਹਾਰਾਜ ਜੀ ਮੇਰੀ ਲੱਤ ਠੀਕ ਕਰ ਦਿਓ। ਉਹਨਾਂ ਕੋਲ ਸੋਟੀ ਸੀ, ਉਹਨੇ ਸੋਟੀ ਮਾਰੀ ਲੱਤ ਤੇ। ਕਹਿੰਦੇ ਕਰਨਾ ਤਾਂ ਆਪ ਉਹਨਾਂ ਨੇ ਠੀਕ, ਨਾਮ ਮੇਰਾ। ਸੋਟੀ ਮਾਰੀ, ਜੋ ਹੀ ਸੋਟੀ ਮਾਰੀ, ਲੱਤ ਸਿੱਧੀ ਹੋ ਗਈ। ਉਹ ਤੇ ਭੱਜਿਆ ਆ ਰਿਹਾ ਪਿੰਡ ਨੂੰ। ਰਾਜ ਫਿਰ ਚੌਧਰੀ ਵੀ ਪਿਆ, ਉਹ ਤੇ ਹੱਕਾ ਬੱਕਾ ਰਹਿ ਗਿਆ। ਕਹਿੰਦਾ ਤੂੰ ਠੀਕ ਹੋ ਗਿਆ? ਕਹਿੰਦਾ ਹਾਂ ਮੈਂ ਠੀਕ ਹੋ ਗਿਆ। ਚੌਧਰੀ ਕਹਿੰਦਾ ਮੈਨੂੰ ਵੀ ਲੈ ਚਲੇ ਹਜੇ ਗੁਰੂ ਕੋਲ। ਚਲੋ ਚੌਧਰੀ ਸਿੱਖ ਹੋ ਗਿਆ, ਉਹਨੂੰ ਵੇਖ ਕੇ ਸਾਰਾ ਪਿੰਡ ਗੁਰੂ ਦਾ ਸਿੱਖ ਹੋ ਗਿਆ। ਸੋ ਗੁਰੂ ਮਹਾਰਾਜ ਜੀ ਚਾਹੁਣ ਸਭ ਕੁਛ ਕਰ ਸਕਦੇ। ਇਸ ਲਈ ਫਿਰ ਉਹਨੂੰ ਕੋਈ ਦੁੱਖ ਨਹੀਂ ਲੱਗਦਾ ਹੈਗਾ, ਜਿਹਨੂੰ ਪਰਮਾਤਮਾ ਆਪ ਗੁਰੂ ਦੀ ਸੇਵਾ ਚਲਾ ਦਿੰਦਾ ਹੈ। ਸ਼ਲੋਕ। ਹਰ ਹਰ ਮੁਖ ਤੇ ਬੋਲਣ, ਮਨ ਬੂਠੈ ਸੁਖ ਹੋਏ। ਹਰੀ ਹਰੀ ਪਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੂੰਹ ਤੋਂ ਬੋਲੀ ਜਾਣਾ। ਮਨ ਬੂਠੈ, ਬੂਠੈ ਤੇ ਵਸ ਜਾਣਾ। ਫਿਰ ਪਰਮਾਤਮਾ ਦੀ ਯਾਦ ਮਨ 'ਚ ਵਸ ਜਾਏਗੀ, ਸੁੱਖ ਹੋਏ, ਫਿਰ ਸੁੱਖ ਦੀ ਪ੍ਰਾਪਤੀ ਹੋਏਗੀ। ਵਾਹਿਗੁਰੂ 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 ਕਰੀ ਜਾਣਾ। ਵਾਹਿਗੁਰੂ ਦੀ ਯਾਦ ਹਿਰਦੇ 'ਚ ਵਸ ਜਾਏਗੀ, ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਨਾਨਕ ਸਭ ਮੈਂ ਰਬ ਰਿਹਾ, ਥਾਨ ਥਨੰਤਰ ਸੋਏ। ਰੱਬ ਦਾ ਵਸਣਾ, ਪਰਮਾਤਮਾ ਸਭ ਦੇ ਵਿੱਚ ਵਸ ਰਿਹਾ ਹੈ, ਸਭ ਥਾਵਾਂ 'ਤੇ ਵਸ ਰਿਹਾ। ਇੱਕ ਥਾਂ ਤੋਂ ਦੂਜੀ ਥਾਂ ਦੇ ਵਿੱਚ ਜਿਹੜਾ ਗੈਪ ਹੈ ਫਾਸਲ, ਉੱਥੇ ਵਸ ਰਿਹਾ। ਭਾਵ ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਵਸ ਰਿਹਾ, ਕੋਈ ਐਸਾ ਜੀਵ ਨਹੀਂ ਜਿਹਦੇ ਵਿੱਚ ਪਰਮਾਤਮਾ ਨਹੀਂ ਵਸ ਰਿਹਾ। ਕਹਿੰਦੇ ਉਸ ਪਰਮਾਤਮਾ ਦਾ ਮੁਖ ਦੇ ਨਾਲ ਨਾਮ ਜਪੀ ਜਾਓ, ਜਪੀ ਜਾਓ, ਫਿਰ ਉਹ ਯਾਦ ਮਨ 'ਚ ਵਸ ਜਾਏਗੀ ਅਤੇ ਮਨੁੱਖ ਨੂੰ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਆਓ ਗਾਈਏ ਹੁਣ।
ਹਰ ਹਰ ਮੁਖ ਤੇ ਬੋਲਣਾ, ਹਰ ਹਰ ਮੁਖ ਤੇ ਬੋਲਣਾ, ਮਨ ਬੂਠੈ ਸੁਖ ਹੋਏ, ਮਨ ਬੂਠੈ ਸੁਖ ਹੋਏ, ਨਾਨਕ ਸਭ ਮਹਿ ਰਵ ਰਿਹਾ, ਨਾਨਕ ਸਭ ਮਹਿ ਰਵ ਰਿਹਾ, ਨਾਨਕ ਸਭ ਮਹਿ ਰਵ ਰਿਹਾ, ਨਾਨਕ ਸਭ ਮਹਿ ਰਵ ਰਿਹਾ। ਥਾਨ ਥਨੰਤਰ ਸੋਏ, ਥਾਨ ਥਨੰਤਰ ਸੋਏ, ਥਾਨ ਥਨੰਤਰ ਸੋਏ, ਥਾਨ ਥਨੰਤਰ ਸੋਏ। ਇਸ ਲਈ ਭਾਈ ਜਿੰਨਾ ਵੀ ਸਮਾਂ ਮਿਲੇ ਵਾਹਿਗੁਰੂ 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 ਕਰੀਏ ਤੇ ਬਸ। ਵਾਹਿਗੁਰੂ ਨੇ ਕੀ ਕਰਨਾ, ਜਿੰਨੇ ਸਾਡੇ ਪਾਪ ਕਰਮ ਕੀਤੇ ਹਨ ਹੌਲੀ ਹੌਲੀ ਕੱਟਦੇ ਨੇ, ਸੁੱਖ ਦੀ ਪ੍ਰਾਪਤੀ ਹੋ ਜਾਂਦੀ। ਦੁੱਖ ਹੈ ਸਾਡੇ ਪਾਪ ਕਰਮਾਂ ਕਾਰਨ, ਜਿਹੜਾ ਸੁੱਖ ਹੈ ਸਾਡੇ ਪੁੰਨ ਕਰਮਾਂ ਕਾਰਨ ਹੈ। ਜਿੰਨੇ ਅਸੀਂ ਪੁੰਨ ਕਰਮ ਕੀਤੇ ਉਹਦੇ ਬਦਲੇ ਸਾਨੂੰ ਸੁੱਖ ਮਿਲ ਰਹੇ ਜ਼ਿੰਦਗੀ, ਜਿਹੜੇ ਪਾਪ ਕੀਤੇ ਉਹਦੇ ਬਦਲੇ ਦੁੱਖ ਮਿਲ ਰਹੇ ਹਨ। ਨਾਮ ਜਪੀ ਜਾਣ ਨਾਲ ਸੁੱਖਾਂ 'ਚ ਵਾਧਾ ਹੋ ਜਾਂਦਾ ਅਤੇ ਦੁੱਖਾਂ 'ਚ ਕਮੀ ਹੋ ਜਾਂਦੀ। ਬਸ ਜਿਵੇਂ ਸਤ ਸੰਗਤ ਕਰਨਾ ਗੁਣਾਂ 'ਚ ਵਾਧਾ ਹੋ ਜਾਂਦਾ, ਔਗੁਣ ਘਟਦੇ ਜਾਂਦੇ ਨੇ। ਕੁਸੰਗਤ ਕਰਨ ਨਾਲ ਔਗੁਣਾਂ 'ਚ ਵਾਧਾ ਹੁੰਦਾ ਜਾਂਦਾ, ਗੁਣ ਘਟਦੇ ਜਾਂਦੇ ਹਨ। ਇਸ ਲਈ ਸਤ ਸੰਗਤ ਕਰੋ ਅਤੇ ਜਿੰਨਾ ਸਮਾਂ ਮਿਲੇ ਬਾਣੀ ਪੜ੍ਹੋ, ਨਾਮ ਜਪੋ। ਬਸ ਸਮਾਂ ਕਿਉਂਕਿ ਬਹੁਤ ਕੀਮਤੀ ਗਿਣਿਆ ਗਿਆ ਹੈ, ਮਨੁੱਖਾ ਦੇਹ ਨੂੰ ਦੁਰਲੱਭ ਕਿਹਾ ਹੈ। ਕਿਉਂਕਿ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਏ, ਕਈ ਜਨਮ ਹੈਵਰ ਬ੍ਰਿਖ ਹੋਏ। ਪਤਾ ਹੀ ਨਹੀਂ ਕਿੰਨੇ ਜਨਮ ਬਿਤਾ ਕੇ ਫਿਰ ਮਨੁੱਖਾ ਜੀਵਨ ਮਿਲਿਆ ਹੈ। ਜਿਵੇਂ 5-6 ਲੜਕੀਆਂ ਤੋਂ ਬਾਅਦ ਫਿਰ ਲੜਕਾ ਹੋਵੇ ਨਾ, ਉਹਦੀ ਬੜੀ ਕੀਮਤ ਹੁੰਦੀ ਹੈ, ਉਹਦੀ ਬੜੀ ਕੀਮਤ ਹੈ। ਉਹਨੂੰ ਬੜਾ ਪਿਆਰ ਕੀਤਾ ਜਿਵੇਂ ਮਸਾਂ ਮਿਲਿਆ ਹੈ, ਦੁਰਲੱਭ ਹੈ ਉਹ। ਇਸੇ ਤਰ੍ਹਾਂ ਹੀ ਮਨੁੱਖਾ ਜੀਵਨ ਨੂੰ ਦੁਰਲੱਭ ਕਿਹਾ ਸਿੱਖ ਧਰਮ ਦੇ ਵਿੱਚ, ਕਿ ਬਹੁਤ ਮੁਸ਼ਕਿਲ ਨਾਲ ਮਿਲਿਆ ਹੋਇਆ ਹੈ। ਹਾਂ, ਜੇ ਆਪਾਂ ਬਾਣੀ ਪੜ੍ਹਦੇ ਰਹੀਏ, ਨਾਮ ਜਪਦੇ ਰਹੀਏ, ਫਿਰ ਦੁਬਾਰਾ ਮਨੁੱਖਾ ਜੀਵਨ ਫਿਰ ਮਿਲਦਾ ਹੈ। ਫਿਰ ਨਾਮ ਜਪਦੇ ਰਹੇ, ਬਾਣੀ ਪੜ੍ਹਦੇ ਰਹੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਫਿਰ ਮਨੁੱਖਾ ਜੀਵਨ ਮਿਲਦਾ। ਫਿਰ ਬਾਣੀ ਪੜ੍ਹਦੇ ਰਹੇ, ਨਾਮ ਜਪਦੇ ਰਹੇ, ਫਿਰ ਵੀ ਪਰਮਾਤਮਾ ਦੀ ਪ੍ਰਾਪਤੀ, ਫਿਰ ਮਨੁੱਖਾ ਜੀਵਨ ਮਿਲਦਾ। ਦਸਮ ਪਾਤਸ਼ਾਹ ਕਹਿੰਦੇ ਮੈਂ 60 ਵਾਰ ਮਨੁੱਖਾ ਜਨਮ ਦਿੰਦਾ ਕਿ ਤੂੰ ਹੈ ਸਿੱਖ, ਤੂੰ ਆਪਣੇ ਆਪ ਨੂੰ ਪੂਰਾ ਕਰ ਲੈ। ਸੋ ਜੇ ਬੰਦਾ ਲੱਗਾ ਰਹੇ ਭਜਨ ਬੰਦਗੀ ਵੱਲ, ਇਹਨੂੰ ਵਾਰੀ ਵਾਰੀ ਮਨੁੱਖਾ ਜੀਵਨ ਮਿਲਦਾ ਅਤੇ ਹਰ ਜਨਮ ਦੇ ਵਿੱਚ ਪਹਿਲੇ ਨਾਲੋਂ ਵੱਧ ਭਗਤੀ ਕਰਦਾ ਹੈ, ਕਿ ਉਹ ਪਿਛਲੀ ਨਾਲ ਹੀ ਆ ਜਾਂਦੀ ਹੈ। ਦੇਖੋ, ਭਗਤੀ ਕਰਨਾ ਵੀ ਤਾਂ ਇੱਕ ਕਰਮ ਹੈ ਨਾ, ਅਤੇ ਕਰਮ ਨਾਲ ਹੀ ਆਉਂਦੇ ਨੇ, ਭਗਤੀ ਵੀ ਨਾਲ ਹੀ ਮਨੁੱਖ ਦੇ ਆਉਂਦੀ ਹੈ। ਤੁਸੀਂ ਪੜ੍ਹਾਈ ਕੀਤੀ, ਇਹ ਵੀ ਇੱਕ ਕਰਮ ਹੈ, ਇਹ ਵੀ ਨਾਲ ਹੀ ਆਊਗੀ, ਇਹ ਵੀ ਨਾਲ ਆਏਗੀ। ਅਗਲੇ ਜਨਮ ਜਿਹੜੇ ਪਿਛਲੇ ਜਨਮਾਂ 'ਚ ਪੜ੍ਹੇ ਹੋਏ ਨੇ, ਇਸ ਜਨਮ 'ਚ ਬੜੇ ਹੁਸ਼ਿਆਰ ਹੋ ਜਾਂਦੇ ਨੇ, ਬੜੇ ਹੁਸ਼ਿਆਰ ਹੁੰਦੇ ਨੇ, ਫੇਲ ਫੂਲ ਕੋਈ ਨਹੀਂ ਹੁੰਦੇ। ਬਸ ਕਿਉਂ? ਪਿਛਲੀ ਪੜ੍ਹਾਈ ਨਾਲ ਆ ਗਈ ਹੈ। ਇਹ ਸਾਡਾ ਜੋ ਕੁਛ ਕੀਤਾ ਹੈ ਨਾਲ ਹੀ ਸਾਡੇ ਆਉਂਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਭਾਈ ਮੁੱਖ ਤੋਂ ਪਰਮਾਤਮਾ ਦਾ ਨਾਮ ਜਪੀ ਜਾਓ, ਜਪੀ ਜਾਓ। ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਜਾਏਗਾ, ਫਿਰ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਹਰ ਬੰਦਾ ਸੁੱਖ ਚਾਹੁੰਦਾ ਹੈ, ਦੁੱਖ ਨਾ ਮੰਗੇ ਕੋਈ। ਦੁੱਖ ਨੂੰ ਤਾਂ ਕੋਈ ਨਹੀਂ ਚਾਹੁੰਦਾ, ਪਰ ਉਹਨੂੰ ਪਤਾ ਨਹੀਂ ਸੁੱਖ ਹੋਵੇ ਕਿਵੇਂ। ਸਿਰਫ ਉਹਨੂੰ ਇਹ ਨਹੀਂ ਪਤਾ ਹੈ ਵੀ ਸੁੱਖ ਕਿਵੇਂ ਮਿਲੇ। ਉਹ ਸੋਚਦਾ ਪਤਾ ਸ਼ਰਾਬਾਂ ਪੀ ਕੇ ਸੁੱਖ ਮਿਲਦਾ ਹੈ, ਸ਼ਾਇਦ ਨਸ਼ੇ ਕਰਕੇ ਸੁੱਖ ਮਿਲਦਾ ਹੈ। ਉਹ ਹੀ ਸਮਝਦਾ ਉਹ 'ਚ ਸੁੱਖ ਤਾਂ ਮਿਲਦਾ, ਪਰ ਤਾਂ ਥੋੜ੍ਹੀ ਦੇਰ ਦਾ ਹੁੰਦਾ, ਮਗਰ ਸਰੀਰ ਟੁੱਟਣ ਲੱਗਦਾ। ਫਿਰ ਇਹ ਪੀਣ ਵਾਲੇ ਸਵੇਰੇ ਉੱਠ ਕੇ ਫਿਰ ਪੀਂਦੇ ਨੇ ਕਿ ਥੋੜ੍ਹਾ ਸਰੀਰ ਕਾਇਮ ਹੋਵੇ। ਜਿਵੇਂ ਤੁਸੀਂ ਚਾਹ ਪੀਂਦੇ ਹੋ, ਸਰੀਰ ਨੂੰ ਕਾਇਮ ਕਰਨ ਲਈ ਥੋੜ੍ਹੀ ਸੁਸਤੀ ਉਤਰ ਜਾਏ, ਇਸ ਲਈ ਉਹ ਵੀ ਫਿਰ ਸਵੇਰੇ ਉੱਠ ਕੇ ਫਿਰ ਪੀਂਦੇ ਨੇ। ਚਲੋ ਖੈਰ, ਸੋ ਮਨੁੱਖ ਨੂੰ ਗਿਆਨ ਨਹੀਂ ਹੈ ਕਿ ਖੁਸ਼ੀ ਸੁੱਖ ਮੈਨੂੰ ਅਸਲ 'ਚ ਮਿਲਣਾ ਕਿੱਥੋਂ ਹੈ।
ਸ਼ੁਭ ਕਰਮ ਕਰੋ ਤੇ ਨਾਮ ਜਪਦੇ ਜੋ ਬਸ ਤੁਸੀਂ ਆਨੰਦ ਹੀ ਆਨੰਦ। ਔਰ ਉੱਥੇ ਕੀ ਹੈ? ਬਾਕੀ ਛੋਟੀ ਮੋਟੀ ਬਿਮਾਰੀਆਂ ਤਾਂ ਸਰੀਰ ਦਾ ਧਰਮ ਹੈ। ਜਿੱਥੇ ਸਰੀਰ ਇੱਕ ਮਸ਼ੀਨਰੀ ਹੈ, ਯਾਦ ਰੱਖਣਾ ਚੰਗੀ ਤਰ੍ਹਾਂ, ਹਰ ਇੱਕ ਮਸ਼ੀਨਰੀ ਨੇ ਸਮਾਂ ਪਾ ਕੇ ਖਰਾਬ ਹੋਣਾ ਹੈ। ਮਸ਼ੀਨਰੀ ਨੂੰ ਜਿਹੜਾ ਠੀਕ ਆ ਉਹਨੂੰ ਕਹਿੰਦੇ ਨੇ ਮਕੈਨਿਕ। ਸਾਡੀ ਜਿਹੜੀ ਮਸ਼ੀਨਰੀ ਉਹਨੂੰ ਜਿਹੜਾ ਠੀਕ ਆ ਉਹਨੂੰ ਕਹਿੰਦੇ ਡਾਕਟਰ। ਡਾਕਟਰ ਵੈਦ ਜਿਹੜੇ ਸਨ, ਹਕੀਮ ਜਿਹੜੇ ਸਨ, ਇਹ ਤਾਂ ਜਦੋਂ ਦਾ ਮਨੁੱਖ ਬਣੇ ਉਦੋਂ ਦੇ ਹੀ ਨੇ। ਪਹਿਲਾਂ ਇਹਨਾਂ ਨੇ ਜੜ੍ਹੀਆਂ ਬੂਟੀਆਂ ਦਾ ਗਿਆਨ ਸੀ, ਉਹਨਾਂ ਤੋਂ ਦਵਾਈਆਂ ਬਣਾ ਕੇ ਦਿਆ ਕਰਦੇ। ਹੌਲੀ ਹੌਲੀ ਸਾਇੰਸ ਵਿੱਦਿਆ ਡਿਵੈਲਪ ਹੁੰਦੀ ਗਈ। ਸੋ ਇਹ ਸਰੀਰ ਹੈ, ਇਹ ਦੁੱਖ ਸੁੱਖ ਚੱਲਦੇ ਰਹਿਣੇ। ਅਸਲ ਸੁੱਖ ਮਾਨਸਿਕ ਸੁੱਖ ਹੁੰਦਾ ਹੈ। ਜਿਵੇਂ ਗੁਰੂ ਮਹਾਰਾਜ ਸਨ, ਉਹ ਮਾਨਸਿਕ ਤੌਰ 'ਤੇ ਸੁਖੀ ਸਨ। ਸਰੀਰਾਂ ਨੂੰ ਬੜੇ ਕਸ਼ਟ ਦਿੱਤੇ ਗਏ ਉਹਨਾਂ ਦੇ ਨੂੰ, ਪਰ ਮਾਨਸਿਕ ਤੌਰ 'ਤੇ ਆਨੰਦ 'ਚ ਰਹੇ। ਇਸ ਕਰਕੇ ਫਿਰ ਅੰਦਰ ਸੁੱਖ ਪੈਦਾ ਹੋ ਜਾਂਦਾ ਹੈ। ਕਿਉਂਕਿ ਨਾਮ ਨੂੰ ਫਲ ਤਾਂ ਲੱਗਦਾ ਹੈ ਜੇ ਸਾਡੇ ਕਰਮ ਠੀਕ ਹੋਣ। ਜੇ ਕਰਮ ਗਲਤ ਨੇ ਸਾਡੇ, ਨਾਮ ਨੂੰ ਫਲ ਨਹੀਂ ਲੱਗਿਆ ਕਰਦਾ। ਕਰਮ ਸ਼ੁਭ ਹੋਣਾ ਜ਼ਰੂਰੀ ਹਨ। ਬੁਰਾਈਆਂ ਦਾ ਤਿਆਗ ਕਰਨਾ ਜ਼ਰੂਰੀ ਹੈ। ਜਿਹੜਾ ਕੋਈ ਬੁਰਾ ਕੰਮ ਹੀ ਨਹੀਂ ਕਰਦਾ, ਉਹਦੇ ਪੱਲੇ ਤੇ ਸੱਚ ਹੈ। ਜਿਹਦੇ ਪੱਲੇ ਸੱਚ ਹੈ, ਕੋਠੇ ਚੜ੍ਹ ਕੇ ਨੱਚ, ਉਹਨੂੰ ਕੀ ਚਿੰਤਾ? ਉਹਨੂੰ ਕੋਈ ਚਿੰਤਾ ਨਹੀਂ। ਚਿੰਤਾ ਤਾਂ ਉਹਨਾਂ ਨੂੰ ਹੁੰਦੀ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਹੁੰਦੇ ਹਨ। ਉਹ ਫਿਰ ਭੱਜੇ ਫਿਰਦੇ ਨੇ ਵੀ ਪੁਲਿਸ ਦੇ ਹੱਥ ਆਉਣ ਤੋਂ ਪਹਿਲਾਂ ਕਿਤੇ ਸਾਡੀ ਜ਼ਮਾਨਤ ਹੋ ਜਾਏ। ਬਾਰੇ ਬਾਰ ਭੱਜੇ ਫਿਰਦੇ ਨੇ ਫਿਰ। ਇਸ ਲਈ ਜਿਹੜਾ ਸਹੀ ਹੈ ਉਹਨੂੰ ਕੀ ਹੈ, ਸਹੀ ਕਰਮ ਕਰਨੇ ਚਾਹੀਦੇ। ਨਿਰੇ ਸਹੀ ਕਰਮ ਨਹੀਂ ਕਰਨੇ, ਨਾਲ ਨਾਮ ਵੀ ਜਪਣਾ ਹੈ, ਤਾਂ ਜੋ ਸਾਡੇ ਪਿਛਲੇ ਮਾੜੇ ਕਰਮ ਕੱਟ ਜਾਣ। ਨਹੀਂ ਤਾਂ ਪਿਛਲੇ ਕਰਮਾਂ ਕਾਰਨ ਫਿਰ ਦੁੱਖ ਖੜ੍ਹਾ। ਹੁਣ ਤਾਂ ਚਲੋ ਅਸੀਂ ਸ਼ੁਭ ਕਰਮ ਕਰਨ ਲੱਗ ਗਏ, ਹੁਣ ਦੇ ਕਰਮਾਂ ਕਾਰਨ ਤਾਂ ਸਾਨੂੰ ਕੋਈ ਸਜ਼ਾ ਨਹੀਂ ਮਿਲੇਗੀ। ਪਰ ਹੁਣ ਜਿਹੜੇ ਪਿਛਲੇ ਜਨਮ 'ਚ ਮਾੜੇ ਹੋ ਗਏ ਨੇ, ਉਹ ਤਾਂ ਸਾਡਾ ਸਜ਼ਾ ਖੜੀ ਹੈ ਨਾ। ਬਾਣੀ ਨਾਮ ਇਸ ਲਈ ਕਰਨਾ ਤਾਂ ਜੋ ਉਹ ਸਾਡਾ ਕਰਮ ਕੱਟ ਜਾਵੇ ਅਤੇ ਅਸੀਂ ਫਿਰ ਪੂਰੀ ਤਰ੍ਹਾਂ ਸੁਖੀ ਹੋ ਜਾਈਏ। ਇਹ ਜ਼ਰੂਰੀ ਹੈ ਨਾਲ। ਸੋ ਇਸ ਲਈ ਹਰ ਮੁਖ 'ਤੇ ਬੋਲਣਾ ਮਨ ਬੂਠਾ ਸੁਖ ਹੋਏ। ਬਸ ਮਨ ਕਿਉਂ? ਜਿਹਨੂੰ ਤੁਸੀਂ ਯਾਦ ਕਰਦੇ ਰਹੋਗੇ, ਹੌਲੀ ਹੌਲੀ ਉਹਦੀ ਯਾਦ ਹਿਰਦੇ 'ਚ ਵਸ ਜਾਂਦੀ ਹੈ। ਉਹਦੇ ਨਾਲ ਫਿਰ ਪਿਆਰ ਪੈਦਾ ਹੋ ਜਾਂਦਾ ਹੈ। ਫਿਰ ਪਿਆਰਾ ਕਦੇ ਭੁੱਲੇ ਹੀ ਨਹੀਂ ਕਰਦਾ ਹੈ, ਉਹ ਆਪੇ ਯਾਦ ਆ ਹੀ ਜਾਂਦਾ ਹੈ। ਤੁਸੀਂ ਪਾਠ ਕਰ ਰਹੇ ਹੋ, ਦੋ ਹੀ ਬੰਦੇ ਯਾਦ ਆਉਂਦੇ ਨੇ, ਇੱਕ ਜਿਹਦੇ ਨਾਲ ਪਿਆਰ ਹੈ, ਇੱਕ ਜਿਹਦੇ ਨਾਲ ਦੁਸ਼ਮਣੀ ਹੈ। ਉਹ ਦੁਸ਼ਮਣੀ ਵਿੱਚ ਆ ਕੇ ਪਾਠ ਕਰਦਿਆਂ ਉਹਦੀ ਯਾਦ ਵੀ ਆ ਜਾਂਦੀ ਹੈ। ਇਸ ਲਈ ਨਾਮ ਜਪਦੇ ਰਹਿਣਾ ਚਾਹੀਦਾ ਤਾਂ ਜੋ ਸਾਡੀ ਦੁਸ਼ਮਣੀਆਂ ਹੀ ਨਾ ਪੈਣ। ਪੌੜੀ। ਹੇਰੋਂ ਘਟ ਸਗਲ ਕਹਿ, ਹੇਰੋ ਘਟ ਸਗਲ ਕਹਿ, ਪੂਰ ਰਹੇ ਭਗਵਾਨ। ਹੋਵਤ ਆਏ ਸਾਧ ਸਦੀਵ, ਦੁਖ ਭੰਜਨ ਗੁਰ ਗਿਆਨ। ਹੇਰੋ ਘਟ ਸਗਲ ਕਹਿ, ਕਿ ਸਾਰੇ ਸਰੀਰਾਂ 'ਚ ਵੇਖ ਲਓ। ਹੇਰੋ ਤਾਂ ਦੇਖਣਾ, ਸਾਰੇ ਸਰੀਰਾਂ 'ਚ ਦੇਖ ਲਓ। ਪੂਰ ਰਹੇ ਭਗਵਾਨ, ਸਭ ਦੇ ਪਰਮਾਤਮਾ ਵਸਦਾ ਹੈ। ਪਰਮਾਤਮਾ ਸਾਰੇ ਸਰੀਰ, ਘਟ ਸਰੀਰ ਨੂੰ ਕਹਿੰਦੇ ਨੇ, ਹਿੰਦੀ 'ਚ ਘਟ ਘੜੇ ਨੂੰ ਵੀ ਕਹਿੰਦੇ ਨੇ। ਵੀ ਤੁਬਕਾ ਕਰਕੇ ਘਟ ਭਰ ਜਾਂਦਾ ਹੈ। ਕਈ ਵਾਰੀ ਟੂਟੀ ਲੀਕ ਕਰ ਦਿੱਤੀ, ਉਹਦੇ ਹੇਠਾਂ ਭਾਂਡਾ ਰੱਖ ਦਿਓ, ਉਹ ਇੱਕ ਤੁਬਕਾ ਰਾਤ ਪੈਂਦਾ ਔਰ ਇਹਦਾ ਸਵੇਰ ਦਾ ਭਾਂਡਾ ਭਰ ਜਾਂਦਾ। ਤੁਬਕਾ ਭਰ ਕੇ ਐਂ ਅਸੀਂ ਵੀ ਬਸ ਵਾਹਿਗੁਰੂ ਕਰ, ਜਿਹੜਾ ਖਾਲੀ ਸਾਡਾ ਭਾਂਡਾ ਨਾਮ ਨਾਲ ਭਰ ਜਾਏਗਾ। ਕਹਿੰਦਾ ਸਾਰੇ ਸਰੀਰ 'ਚ ਵੇਖ ਲਓ, ਸਭ ਦੇ 'ਚ ਪਰਮਾਤਮਾ ਵਸਦਾ ਹੈ। ਹੋਵਤ ਆਏ ਸਾਧ ਸਦੀਵ, ਦੁਖ ਭੰਜਨ ਗੁਰ ਗਿਆਨ। ਗੁਰੂ ਦੇ ਗਿਆਨ ਰਾਹੀਂ ਪਤਾ ਲੱਗਦਾ ਹੈ ਕਿ ਪਰਮਾਤਮਾ ਤਾਂ ਪਹਿਲਾਂ ਵੀ ਸੀ, ਉਹ ਤਾਂ ਸਦਾ ਹੀ ਰਹਿਣ ਵਾਲਾ ਹੈ, ਉਹ ਤਾਂ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਦੁੱਖ ਭੰਜਨ ਹੈ ਪਰਮਾਤਮਾ ਹੋਇਆ ਕਿ ਪਰਮਾਤਮਾ ਦਾ ਨਾਮ ਹੋਇਆ, ਇੱਕੋ ਹੀ ਗੱਲ ਹੈ। ਦੁੱਖ ਭੰਜਨ ਤੇਰਾ ਨਾਮ ਜੀ। ਪਰਮਾਤਮਾ ਦਾ ਨਾਮ ਵੀ ਦੁੱਖਾਂ ਦਾ ਨਾਸ਼ ਕਰਦਾ ਹੈ। ਪਰਮਾਤਮਾ ਆਪ ਸਿੱਧਾ ਵੀ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ। ਪਰ ਉਹ ਜਿਹੜਾ ਹੈ ਗੁਰੂ ਰਾਹੀਂ
ਛੇਤੀ ਕਰਦਾ ਹੈ। ਜਿਵੇਂ ਨਾਰਦ ਜੀ ਨੂੰ ਇੱਕ ਬੰਦਾ ਟੱਕਰਿਆ, ਉਹ ਕਹਿੰਦਾ ਨਾਰਦ ਜੀ ਤੁਸੀਂ ਕਿੱਥੇ ਚੱਲੇ ਹੋ? ਕਹਿੰਦਾ ਭਗਵਾਨ ਨੂੰ ਮਿਲਣ ਚੱਲੇ। ਕਹਿੰਦਾ ਜੀ ਮੇਰੇ ਪੁੱਤਰ ਕੋਈ ਨਹੀਂ ਹੈਗਾ, ਅਤੇ ਭਗਵਾਨ ਨੂੰ ਕਹੋ ਮੈਨੂੰ ਪੁੱਤਰ ਦੀ ਦਾਤ ਦੇ ਦਿਓ। ਨਾਰਦ ਕਹਿੰਦੇ ਕੋਈ ਨਹੀਂ, ਮੈਂ ਉਹਨਾਂ ਨੂੰ ਕਹਿ ਦਾਂਗਾ। ਨਾਰਦ ਜੀ ਚਲੇ ਗਏ, ਭਗਵਾਨ ਨੂੰ ਮਿਲੇ। ਕਹੇ ਜੀ ਇੱਕ ਬੰਦਾ ਮੈਨੂੰ ਮਿਲਿਆ ਸੀ ਆਜੜੀ, ਅਤੇ ਉਹ ਕਹਿੰਦਾ ਮੇਰੇ ਘਰ ਪੁੱਤਰ ਕੋਈ ਨਹੀਂ, ਅਤੇ ਭਗਵਾਨ ਤਾਂ ਸਭ ਕੁਛ ਕਰ ਸਕਦਾ ਹੈ, ਮੈਨੂੰ ਪੁੱਤਰ ਦੀ ਦਾਤ ਦੇਵੇ। ਭਗਵਾਨ ਕਹਿੰਦਾ ਉਹਦੇ ਭਾਗਾਂ 'ਚ ਪੁੱਤਰ ਨਹੀਂ ਲਿਖਿਆ ਹੋਇਆ, ਉਹਨੂੰ ਨਹੀਂ ਪੁੱਤਰ ਮਿਲਦਾ। ਉਹਨੇ ਆਖਿਆ, ਭਗਵਾਨ ਨੇ ਕਹਿਤਾ ਤੇਰੇ ਪੁੱਤਰ ਦੀ ਦਾਤ ਨਹੀਂ ਮਿਲ ਸਕਦੀ, ਤੇਰੇ ਭਾਗਾਂ 'ਚ ਲਿਖਿਆ। ਕਹਿੰਦਾ ਕਿ ਉਹ ਚੰਗਾ ਭਗਵਾਨ ਹੈ ਜਿਹੜਾ ਪੁੱਤਰ ਨਹੀਂ ਦੇ ਸਕਦਾ ਹੈ। ਚਲੋ ਸਮਾਂ ਬੀਤ ਆ ਗਿਆ, ਇੱਕ ਸਾਧ ਆ ਗਿਆ ਹੈ, ਉਹਨੇ ਆਪਣੀ ਬੱਕਰੀਆਂ ਚੋਈਆਂ, ਸਾਧ ਨੂੰ ਦੁੱਧ ਪਿਲਾਇਆ, ਸੇਵਾ ਕੀਤੀ ਹੈ। ਸਾਧ ਨੂੰ ਬੇਨਤੀ ਕੀਤੀ ਜੀ ਮੇਰੇ ਘਰ ਪੁੱਤਰ ਨਹੀਂ ਹੈਗਾ। ਹਾਂ, ਕਹਿੰਦੇ ਅਗਲੇ ਸਾਲ ਹੋ ਜਾਏਗਾ ਤੇਰੇ ਘਰ ਪੁੱਤਰ, ਅਤੇ ਅਗਲੇ ਸਾਲ ਪੁੱਤਰ ਹੋ ਗਿਆ। ਉਹ ਕਹਿੰਦਾ ਭਗਵਾਨ ਝੂਠ ਬੋਲਦਾ ਹੈ, ਕਹਿੰਦਾ ਹੈ ਨਹੀਂ ਤੇਰੇ ਭਾਗਾਂ 'ਚ ਪੁੱਤਰ। ਨਾਰਦ ਨੂੰ ਜਾ ਕੇ ਉਹਨੂੰ ਕਹਦੇ ਵੀ ਹੋ ਗਿਆ ਉਹਦੇ ਘਰ ਪੁੱਤਰ, ਅਤੇ ਉਹ ਕਹਿੰਦਾ ਪੁੱਤਰ ਨਹੀਂ ਹੈਗਾ ਉਹਦੇ ਘਰ। ਉਹਨੇ ਜਾ ਕਹਤਾ ਜੀ ਉਹ ਆ ਜਿਹੜੀ ਬੜਾ ਨਾਰਾਜ਼ ਹੈ ਤੁਹਾਡੇ ਨਾਲ, ਕਿ ਤੁਸੀਂ ਤਾਂ ਕਹਿੰਦੇ ਪੁੱਤਰ ਹੈ ਨਹੀਂ, ਅਤੇ ਉਹਦੇ ਘਰ ਪੁੱਤਰ ਹੋ ਗਿਆ ਹੈ। ਕਹਿੰਦਾ ਉਹਨੂੰ ਕੋਈ ਸਾਧੂ ਟੱਕਰਿਆ ਹੋਣਾ? ਕਹਿੰਦਾ ਹਾਂ ਜੀ। ਫਿਰ ਕਹਿੰਦਾ ਮੈਂ ਨਾ ਜੋ ਕਿਸੇ ਦੀ ਕਿਸਮਤ ਹੈ ਉਹ ਤਾਂ ਦਿਨਾਂ ਲਿਖ, ਮੈਂ ਨਹੀਂ ਬਦਲਿਆ ਕਰਦਾ, ਮੈਂ ਸਾਧੂ ਸੰਸਾਰ 'ਤੇ ਭੇਜੇ ਨੇ, ਉਹ ਮੇਰੀ ਲਿਖਤ ਨੂੰ ਬਦਲ ਸਕਦੇ ਨੇ। ਉਹਨੂੰ ਕੋਈ ਸਾਧੂ ਮਿਲਿਆ ਹੋਣਾ? ਕਹਿੰਦਾ ਹਾਂ ਜੀ। ਬਸ ਫਿਰ ਉਹਨੇ ਬਦਲਤਾ, ਉਂਝ ਕੋਈ ਨਹੀਂ ਸੀ ਲਿਖਿਆ ਹੋਇਆ, ਉਹ ਤਾਂ ਸਾਧੂ ਨੇ ਬਦਲਤਾ। ਸੋ ਇਸ ਲਈ ਹੁਣ ਆਪਾਂ ਨੂੰ ਇਹ ਤਾਂ ਪਤਾ ਨਹੀਂ ਕੋਈ ਪਹੁੰਚਿਆ ਹੋਇਆ ਸਾਧੂ ਨੇੜੇ ਤੇੜੇ ਕੋਈ ਹੈ ਕਿ ਨਹੀਂ ਹੈ। ਸੱਚੀ ਗੱਲ ਹੈ, ਕਿਉਂਕਿ ਸਾਧ ਕੀ ਮਹਿਮਾ ਹਰ ਇੱਕ ਨਹੀਂ ਜਾਣ ਸਕਦਾ, ਸਾਧੂ ਹੀ ਸਾਧੂ ਨੂੰ ਜਾਣ ਸਕਦਾ ਹੈ ਵੀ ਵਾਕਈ ਸਾਧੂ ਹੈ। ਠੀਕ ਹੈ, ਢੋਲਕੀਆਂ ਛਾਨੇ ਵਜਾਉਣਾ, ਕਥਾ ਕੀਰਤਨ ਕਰਨਾ ਹੋਰ ਗੱਲ ਹੈ, ਸਾਧੂ ਹੋਣਾ ਹੋਰ ਗੱਲ ਹੈ। ਸਾਡੇ ਲਈ ਸੌਖਾ ਹੈ ਕਿ ਸਾਡੇ ਕੋਲ ਤਾਂ ਗੁਰੂ ਹੈ, ਜੋ ਸਾਧੂਆਂ ਦਾ ਸਾਧੂ ਹੈ। ਗੁਰੂ ਨੇ ਤਾਂ ਹੁਣ ਤੱਕ ਹਜ਼ਾਰਾਂ ਦੀ ਤਾਦਾਦ 'ਚ ਸੰਤ ਤਿਆਰ ਕਰਤੇ ਹਨ। ਇਸ ਲਈ ਸਾਡੇ ਕੋਲ ਤਾਂ ਗੁਰੂ ਹੈ, ਅਤੇ ਸਾਡਾ ਗੁਰੂ ਕੌਣ ਹੈ? ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਪੜ੍ਹਿਆ ਕਰੋ, ਗੁਰੂ ਮਹਾਰਾਜ ਨੂੰ ਬੇਨਤੀ ਕਰਿਆ ਕਰੋ, ਬਾਣੀ ਪੜ੍ਹੋ, ਬਸ ਆਪੇ ਠੀਕ ਕਾਰਜ ਰਾਸ ਹੋ ਜਾਏਗਾ। ਹੋਰ ਕੀ? ਸੋ ਵਿਸ਼ਵਾਸ ਰੱਖ ਕੇ ਬਾਣੀ ਪੜ੍ਹਨੀ ਹੈ ਕਿ ਗੁਰੂ ਮਹਾਰਾਜ ਮੇਰੇ ਕਾਰਜ ਰਾਸ ਕਰਨਗੇ, ਮੈਂ ਬਾਣੀ ਪੜ੍ਹਦਾ, ਕਿਉਂਕਿ ਬਾਣੀ ਗੁਰੂ ਹੈ। ਸਿੱਖ ਦੇ ਕੰਮ ਗੁਰੂ ਨੇ ਸਵਾਰਨੇ ਹਨ। ਪਰਮਾਤਮਾ ਦਾ ਲਿਖਤ ਹੈ, ਜੋ ਲਿਖਤ ਹੈ। ਹੁਣ ਉਹਦੇ ਤਰਲੇ ਕੱਢਣ ਦਾ ਕੋਈ ਫਾਇਦਾ ਨਹੀਂ ਹੈਗਾ। ਗੁਰੂ ਨੂੰ ਤਾਂ ਅਸੀਂ ਜਾਣਦੇ ਹਾਂ, ਜੋ ਤਰਲੇ ਕੱਢਣਾ, ਜੋ ਬੇਨਤੀ ਨੇ ਗੁਰੂ ਨੂੰ ਕਰ ਲਓ, ਮਹਾਰਾਜ ਜੀ ਤੁਸੀਂ ਕਿਰਪਾ ਕਰੋ। ਜਿਵੇਂ ਉਹ ਮਾਈ ਸੀ ਜਿਹੜੀ ਹੈ, ਸਤਵੇਂ ਪਾਤਸ਼ਾਹ ਨੂੰ ਜਾ ਕੇ ਮਿਲੀ, ਚੱਬੇ ਦੀ ਜਿਹੜੀ ਸੀ ਮਾਤਾ ਦੇਸੋ। ਬਾਬਾ ਬੁੱਢਾ ਜੀ ਨੇ ਕਹਿਤਾ ਵੀ ਗੁਰੂ ਮਹਾਰਾਜ ਨੇ ਤੂੰ ਐਂ ਕਰੀ ਚਰਨ ਫੜ ਲਈ, ਉਹਨਾਂ ਚਿਰ ਨਾ ਛੱਡੀ ਜਿੰਨਾ ਚਿਰ ਪੁੱਤਰ ਦਾ ਵਰ ਨਹੀਂ ਦਿੰਦੇ। ਉਹ ਚਲੀ ਗਈ, ਅੱਗੇ ਕੁਦਰਤੀ ਸੰਗਤ ਬੈਠੀ ਹੈ। ਉਹਨੇ ਬੇਨਤੀ ਕੀਤੀ ਮਹਾਰਾਜ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ਿਓ। ਹੁਣ ਅੱਖਾਂ ਬੰਦ ਕਰ ਖੋਲ੍ਹ, ਕਹਿੰਦੇ ਮਾਤਾ ਜੀ ਤੁਹਾਡੇ ਭਾਗਾਂ 'ਚ ਪੁੱਤਰ ਨਹੀਂ ਲਿਖਿਆ ਹੋਇਆ। ਉਹ ਵਿਚਾਰੀ ਨਿਰਾਸ਼ ਹੋ ਕੇ ਆ ਗਈ। ਅੱਗੋਂ ਕੁਦਰਤੀ ਬਾਬਾ ਬੁੱਢਾ ਹੀ ਟੱਕਰ ਗਏ। ਨਾ ਛੇਵੇਂ ਪਾਤਸ਼ਾਹ ਦੀ ਮੇਰਾ ਗੱਲ ਹੈ, ਕਿਉਂਕਿ ਤਾਂ ਬਾਬਾ ਬੁੱਢਾ ਜੀ ਸੱਤਵੇਂ ਪਾਤਸ਼ਾਹ ਦੇ ਨੇ। ਬਾਬਾ ਬੁੱਢਾ ਜੀ ਦੇਖਿਆ ਚਿਹਰਾ ਉਦਾਸ ਹੈ। ਕਹਿੰਦੇ ਮਾਤਾ ਜੀ ਗੁਰੂ ਕੋਲੇ ਜਾ ਕੇ ਤਾਂ ਸਿੱਖ ਖੁਸ਼ ਹੋ ਜਾਂਦਾ, ਅਤੇ ਤੁਸੀਂ ਉਦਾਸ ਹੋ। ਕਹਿੰਦੇ ਉਹ ਤਾਂ ਕਦੇ ਤੇਰੇ ਭਾਗਾਂ 'ਚ ਪੁੱਤਰ ਹੈ ਹੀ ਨਹੀਂ ਹੈ। ਬਾਬਾ ਬੁੱਢੇ ਉਹਨੂੰ ਸਮਝਾਤਾ ਵੀ ਤੂੰ ਐਂ ਕਰੀ ਕਰ। ਕੁਦਰਤ ਜਦੋਂ ਮਾਤਾ ਦੇਸੋ ਪਹੁੰਚੀ, ਗੁਰੂ ਮਹਾਰਾਜ ਘੋੜੇ ਚੜ੍ਹ ਚੁੱਕੇ ਸਨ।
ਮਾਤਾ ਦੇ ਸਵੇਰੇ ਚਰਨ ਫੜ ਲਏ, ਮੱਥਾ ਟੇਕਿਆ। ਕਹਿੰਦੇ ਮਹਾਰਾਜ ਜੀ ਪੁੱਤਰ ਦੀ ਦਾਤ ਬਖਸ਼। ਕਹਿੰਦੇ ਮਾਤਾ ਤੁਸੀਂ ਕੱਲ੍ਹ ਵੀ ਆਏ ਸੀ ਅਤੇ ਮੈਂ ਤੁਹਾਨੂੰ ਕਿਹਾ ਤੁਹਾਡੇ ਭਾਗਾਂ 'ਚ ਹੈ ਨਹੀਂ। ਅਤੇ ਜਿਵੇਂ ਬਾਬਾ ਬੁੱਢੇ ਸਿਖਾ ਕੇ ਭੇਜੀ ਸੀ, ਕਲਮ ਦਵਾਤ ਅੱਗੇ ਕਰਦੇ। ਕਹਿੰਦੇ ਮਹਾਰਾਜ ਜੀ ਉੱਥੇ ਲਿਖਣ ਵਾਲੇ ਵੀ ਤੁਸੀਂ ਅਤੇ ਇੱਥੇ ਲਿਖਣ ਵਾਲੇ ਵੀ ਤੁਸੀਂ। ਚਲੋ ਜੀ ਉੱਥੇ ਤੁਸੀਂ ਨਹੀਂ ਲਿਖਿਆ, ਹੁਣ ਲਿਖ ਦਿਓ। ਗੁਰੂ ਵਾਲੇ ਖੁਸ਼ ਹੋ ਗਏ। ਬਸ ਫਿਰ ਸਾਤਾ ਪਾਤਾ ਚੱਕ ਮੈਂ ਇੱਕ ਨੇ ਸੱਤ ਹੋਣੀ ਤੇਰੇ ਘਰ। ਸੋ ਗੁਰੂ ਮਹਾਰਾਜ ਸਮਰੱਥ ਹੁੰਦੇ ਨੇ। ਇੱਕ ਵਾਰ ਤਾਂ ਮੋੜ ਦੇ ਬਸ ਬੇਨਤੀ ਕਰੀ ਜਾਈਦੇ, ਹੋਰ ਕੀ, ਕਦੇ ਤਾਂ ਕਦੇ ਮੰਨਣਗੇ। ਹਾਂਜੀ ਸੋ ਤਾਂ ਗੁਰੂ ਮਹਾਰਾਜ ਸਮਝਾਉਂਦੇ ਨੇ, ਹੋਂ ਛੁਟਕੈ ਹੋਏ ਆਨੰਦ ਤੇ ਹੋਂ ਨਾਹੀ ਤਹਿ ਆਪ। ਜਦੋਂ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੇ ਹੋਂ, ਜਿੱਥੇ ਹੋਂ ਨਹੀਂ ਤਹਿ ਆਪ, ਉੱਥੇ ਪਰਮਾਤਮਾ ਆਪ ਹੈ। ਕਿ ਜਦੋਂ ਹਉਮੈ ਖਤਮ ਹੋ ਜਾਂਦੀ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿੱਥੇ ਹੋਂ ਹੈ ਉੱਥੇ ਆਪ ਨਹੀਂ ਹੈ, ਅਤੇ ਜਿੱਥੇ ਹੋਂ ਨਹੀਂ ਹੈ ਤਹਿ ਆਪ, ਉੱਥੇ ਪਰਮਾਤਮਾ ਆਪ ਹੈ। ਹਤੇ ਦੁਖ ਜਨਮੈ ਮਰਨ ਸੰਤ ਸੰਗ ਪ੍ਰਤਾਪ। ਸੰਤਾਂ ਦੀ ਸੰਗਤ ਕੀਤੀ, ਗੁਰੂ ਦੀ ਸੰਗਤ ਕੀਤੀ, ਉਹਨਾਂ ਦੇ ਪ੍ਰਤਾਪ ਨਾਲ ਦੁੱਖ ਜਿਹੜੇ ਸਨ, ਜੰਮਣ ਮਰਨ ਦੇ ਦੁੱਖ, ਉਹ ਹਤੇ ਹੁੰਦਾ, ਹੱਤਿਆ ਮਾਰ ਦੇਣਾ, ਭਾਵ ਨਾਸ ਹੋ ਗਏ। ਜਨਮ ਮਰਨ ਜਿਹੜੇ ਦੁੱਖ ਸਨ, ਉਹ ਸੰਤਾਂ ਦੀ ਸੰਗਤ ਕਰਕੇ, ਉਹਨਾਂ ਦੇ ਤਪ ਤੇਜ ਕਾਰਨ ਉਹ ਖਤਮ ਹੋ ਗਏ। ਹਿਤ ਕਰ ਨਾਮ ਦ੍ਰਿੜੈ ਦਇਆਲਾ, ਸੰਤੈ ਸੰਗ ਹੋਤ ਕਿਰਪਾਲਾ। ਜਿਹੜਾ ਸੰਤਾਂ ਦੀ ਸੰਗਤ 'ਚ ਆ ਕੇ, ਹਿਤ ਹੁੰਦਾ ਪਿਆਰ, ਪਿਆਰ ਨਾਲ ਉਸ ਦਿਆਲੂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਪੱਕਿਆਂ ਕਰਦਾ ਹੈ। ਫਿਰ ਕੀ ਹੁੰਦਾ? ਸੰਤੈ ਸੰਗ ਹੋਤ ਕਿਰਪਾਲਾ। ਸੰਤਾਂ ਦੀ ਸੰਗਤ ਕਰਨ ਕਾਰ ਪਰਮਾਤਮਾ ਉਸ 'ਤੇ ਕਿਰਪਾਲੂ ਹੋ ਜਾਂਦਾ ਹੈ। ਬਾਬਾ ਜੀ ਇਸ ਪੰਗਤੀ ਦਾ ਉਚਾਰਨ ਦੱਸਿਓ, ਹੋਂ ਛੁਟਕਾ ਹੋਏ ਆਨੰਦ। ਤੇ ਹੋਂ ਨਾਹੀ ਤਹਿ ਆਪ। ਤੇ ਵਿਸ਼ਰਾਮ ਦੇਣਾ। ਹਾਂ ਨਹੀਂ, ਤੇ ਹੋਂ ਨਾਹੀ, ਹਾਂ ਪਹਿਲਾਂ ਆਨੰਦ ਦੇ ਵਿਸ਼ਰਾਮ ਦੇਣਾ। ਹੋਂ ਛੁਟਕੈ ਹੋਏ ਆਨੰਦ। ਜਦੋਂ ਹਉਮੈ ਖਤਮ ਹੁੰਦੀ ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੇ ਹੋਂ ਨਾਹੀ, ਜਿੱਥੇ ਹੋਂ ਨਹੀਂ ਤਹਿ ਆਪ, ਉੱਥੇ ਪਰਮਾਤਮਾ ਆਪ ਹੁੰਦਾ ਹੈ। ਔਰੈ ਕਛੂ ਨ ਕਿਨਹੂ ਕੀਆ, ਨਾਨਕ ਸਭ ਕੁਛ ਪ੍ਰਭ ਤੇ ਹੁਆ। ਪਰਮਾਤਮਾ ਤੋਂ ਬਿਨਾਂ ਕੋਈ ਕੁਝ ਕਰ ਹੀ ਨਹੀਂ ਸਕਦਾ। ਜੇ ਕੁਝ ਕਰਦਾ ਹੈ ਤਾਂ ਪਰਮਾਤਮਾ ਦੀ ਦਿੱਤੀ ਸ਼ਕਤੀ ਨਾਲ ਕਰਦਾ ਹੈ। ਪਰਮਾਤਮਾ ਦੇ ਵਿੱਚ ਬੈਠਦਾ ਹੈ ਤਾਂ ਉਹ ਕੁਛ ਕਰ ਸਕਦਾ ਹੈ, ਕਿਉਂਕਿ ਕਰਨ ਕਰਾਵਣ ਹਾਰ ਸੁਆਮੀ ਹੈ। ਕਰਨ ਵਾਲਾ ਵੀ ਉਹੀ ਹੈ, ਲੋਕਾਂ ਦੇ ਵਿੱਚ ਬੈਠ ਕੇ ਉਹ ਕਰਦਾ ਹੈ, ਕਰਾਉਣ ਵਾਲਾ ਵੀ ਉਹੀ ਹੈ। ਹੋਰ ਹੈ ਕਛੂ ਨਾ ਕਿਨਹੂ ਕੀਆ। ਪਰਮਾਤਮਾ ਤੋਂ ਉਰਾਂ ਕਿਸੇ ਨੇ ਕੁਝ ਨਹੀਂ ਕੀਤਾ। ਪਾਪ ਪਰਮਾਤਮਾ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਨਾਨਕ ਸਭ ਕੁਛ ਪ੍ਰਭ ਤੇ ਹੁਆ। ਜੋ ਕੁਝ ਵੀ ਹੋਇਆ ਹੈ ਸਭ ਪਰਮਾਤਮਾ ਤੋਂ ਹੋਇਆ ਹੈ। ਜੋ ਕੁਛ ਪੈਦਾ ਕੀਤਾ ਹੈ ਪਰਮਾਤਮਾ ਨੇ ਪੈਦਾ ਕੀਤਾ। ਸ਼ਲੋਕ। ਲੇਖ ਹੈ ਕਤੈ ਨਾ ਛੋਟੀਐ, ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਬਖਸ਼ਣ ਹਾਰ ਫਾਰਸੀ ਦਾ ਸ਼ਬਦ ਹੈ। ਇਸ ਨੂੰ ਪੜ੍ਹਨਾ ਬੱਬੇ ਦੇ ਪੈਰ 'ਚ ਬਿੰਦੀ, ਖੱਖੇ ਦੇ ਪੈਰ 'ਚ ਬਿੰਦੀ, ਸੱਸੇ ਦੇ ਪੈਰ 'ਚ ਬਿੰਦੀ। ਬਖਸ਼ਣ ਹਾਰ। ਫਾਰਸੀ 'ਚ ਬੱਬਾ ਆਵਾਜ਼ ਨਹੀਂ ਹੁੰਦੀ, ਬ ਆਵਾਜ਼ ਹੁੰਦੀ, ਬੱਬੇ ਦੇ ਪੈਰ 'ਚ ਬਿੰਦੀ ਨਾਲ ਹੁੰਦੀ। ਖੱਖੇ ਦੇ ਪੈਰ 'ਚ ਵੀ ਬਿੰਦੀ, ਸੱਸੇ ਦੇ ਪੈਰ 'ਚ ਵੀ ਬਿੰਦੀ। ਆ ਕੇ ਮੈਨੂੰ ਬਖਸ਼ ਲਓ। ਜਿਵੇਂ ਕਿਸੇ ਨਾਂ ਹੈ ਗੁਰਬਖਸ਼ ਸਿੰਘ, ਗੱਗੇ ਨੂੰ ਕਢਰਾਰਾ, ਬੱਬੇ ਦੇ ਪੈਰ 'ਚ ਬਿੰਦੀ, ਖੱਖੇ ਦੇ ਪੈਰ 'ਚ ਬਿੰਦੀ, ਸੱਸੇ ਦੇ ਪੈਰ 'ਚ ਬਿੰਦੀ ਅਸਲ ਹੈ। ਪਰ ਕਈ ਵਾਰੀ ਬੱਬੇ ਦੇ ਪੈਰ 'ਚ ਬਿੰਦੀ ਨਹੀਂ ਲੋਕ ਲਾਉਂਦੇ,
ਖੱਖੇ ਦੇ ਪੈਰ 'ਚ ਸੱਸੇ ਦੇ ਪੈਰ 'ਚ ਬਿੰਦੀ ਲਾ ਜਾਂਦੇ ਹਨ। ਬਖਸ਼ਣਹਾਰ ਲੇਖ ਹੈ ਕਤੈ ਨਾ ਛੁਟੀ। ਕਰਮਾਂ ਦਾ ਹਿਸਾਬ ਕਿਤਾਬ ਕਰਨ ਨਾਲ ਸਾਡਾ ਛੁਟਕਾਰਾ ਨਹੀਂ ਹੋਣਾ। ਖਿਨ ਖਿਨ ਭੁੱਲਣਹਾਰ, ਅਸੀਂ ਤੇ ਹਰ ਸੈਕਿੰਡ ਗਲਤੀਆਂ ਕਰਨ ਵਾਲੇ ਹਾਂ। ਹੇ ਪਰਮਾਤਮਾ, ਜੇ ਤੂੰ ਸਾਡੇ ਕਰਮਾਂ ਦਾ ਹਿਸਾਬ ਕਰਨ ਲੱਗੇ ਨਾ, ਫਿਰ ਨਹੀਂ ਸਾਡਾ ਛੁਟਕਾਰਾ ਹੋਣਾ। ਅਸੀਂ ਤਾਂ ਗਲਤੀਆਂ ਕਰਦੇ ਹੀ ਰਹਿੰਦੇ ਹਾਂ। ਬਖਸ਼ਣਹਾਰ ਬਖਸ਼ ਲੈ। ਹੇ ਪਰਮਾਤਮਾ, ਤੂੰ ਬਖਸ਼ਣਹਾਰ ਹੈ, ਸਾਨੂੰ ਬਖਸ਼ ਲੈ। ਨਾਨਕ ਪਾਰ ਉਤਾਰ, ਸਾਡਾ ਪਾਰ ਉਤਾਰਾ ਕਰਦੇ, ਇਸ ਭਾਵ ਸਾਗਰ ਤੋਂ ਸਾਨੂੰ ਪਾਰ ਲਾ ਦੇ। ਲੇਖੈ ਕਤੈ ਨ ਛੂਟਿਐ, ਲੇਖੈ ਕਤੈ ਨ ਛੂਟਿਐ। ਖਿਨ ਖਿਨ ਭੂਲਣਹਾਰ, ਖਿਨ ਖਿਨ ਭੂਲਣਹਾਰ। ਬਖਸ਼ਣਹਾਰ ਬਖਸ਼ ਲੈ, ਬਖਸ਼ਣਹਾਰ ਬਖਸ਼ ਲੈ। ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ। ਸੋ ਪਰਮਾਤਮਾ ਨੇ ਬੇਨਤੀ ਕਰਦੇ ਰਹਿਣਾ, ਸੱਚੇ ਪਾਤਸ਼ਾਹ ਅਸੀਂ ਤਾਂ ਗਲਤ ਭੁੱਲਣਹਾਰ ਹਾਂ, ਸਾਨੂੰ ਬਖਸ਼ ਲੈ। ਪੌੜੀ ਲੂਣ ਹਰਾਮੀ ਗੁਨਾਹਗਾਰ। ਖਿਆਲ ਰੱਖਣਾ, ਬਹੁਤੇ ਪਾਠੀ ਦੇ ਗੁਨਾਹਗਾਰ ਪੜ੍ਹਦੇ ਨੇ। ਜੇ ਤਾਂ ਹਿੰਦੀ ਦਾ ਸ਼ਬਦ ਹੁੰਦਾ ਫਿਰ ਤਾਂ ਉਚਾਰ ਸੀ ਗੁਨਾਹਗਾਰ। ਇਹ ਫਾਰਸੀ ਦਾ ਸ਼ਬਦ ਹੈ। ਫਾਰਸੀ ਦਾ ਹੁੰਦਾ ਗੁਨਾਹ। ਮੈਂ ਕੀ ਗੁਨਾਹ ਕੀਤਾ? ਆਮ ਭਾਸ਼ਾ 'ਚ ਅਸੀਂ ਗੁਨਾਹ ਹੀ ਕਹਿੰਦੇ, ਮੈਂ ਕੀ ਗੁਨਾਹ ਕੀਤਾ। ਪਰ ਜੇ ਪੜ੍ਹਨ ਲੱਗਦੇ ਫਿਰ ਗੁਨਾਹ ਪਰ ਪੜ੍ਹ ਦਿੰਦੇ ਹਾਂ ਜੀ। ਆਮ ਭਾਸ਼ਾ 'ਚ ਆਪਾਂ ਕੀ ਕਹਿੰਦੇ, ਦਰਗਾਹ ਕਹਿੰਦੇ, ਦਰਗਾਹ। ਜਦੋਂ ਪੜ੍ਹ ਕੇ ਫਿਰ ਕਹਿੰਦੇ ਦਰਗਾਹ, ਦਰਗਾਹ ਹੀ ਹੁੰਦਾ ਸਿੱਧਾ। ਪਰਮਾਤਮਾ ਦੀ ਦਰਗਾਹ 'ਚ ਤੇਰਾ ਹਿਸਾਬ ਕਿਤਾਬ ਹੋਣਾ। ਸੋ ਇਸ ਲਈ ਗੁਨਾਹਗਾਰ। ਲੂਣ ਹਰਾਮੀ ਗੁਨਾਹਗਾਰ, ਬੇਗਾਨਾ ਅਲਪ ਮਤ। ਲੂਣ ਹਰਾਮੀ ਜਿਹੜਾ ਕੀਤੇ ਨੂੰ ਜਾਣੇ ਨਾ। ਤੁਸੀਂ ਕਿਸੇ ਦਾ ਭਲਾ ਕੀਤਾ, ਉਹਨੇ ਤੁਹਾਡੇ ਕੋਈ ਅਹਿਸਾਨ ਹੀ ਨਹੀਂ ਮੰਨਿਆ। ਤੁਹਾਡੇ ਔਖ ਵੇਲੇ ਉਹਨੇ ਤੁਹਾਡਾ ਕੋਈ ਭਲਾ ਨਹੀਂ ਕੀਤਾ। ਦੇਖੋ, ਅਸੀਂ ਜਦੋਂ ਕਿਸੇ ਦੀ ਸਹਾਇਤਾ ਕਰਦੇ ਹਾਂ, ਅਸੀਂ ਹਾਂ ਸਵਾਰਥੀ ਲੋਕ। ਜਦੋਂ ਅਸੀਂ ਕਿਸੇ ਦੀ ਸਹਾਇਤਾ ਕਰਦੇ ਉਹਦੇ ਮਗਰ ਸਾਡਾ ਜ਼ਰੂਰ ਸਵਾਰਥ ਹੁੰਦਾ। ਜੇ ਦਾਨ ਕਰਦੇ ਉਹਦੇ ਮਗਰ ਵੀ ਸਾਡਾ ਸਵਾਰਥ ਹੈ। ਕਿਸੇ ਨੂੰ ਉਧਾਰ ਦਿੰਦੇ ਹਾਂ ਉਹਦੇ ਮਗਰ ਵੀ ਸਾਡਾ ਸਵਾਰਥ ਹੈ, ਵੀ ਕੱਲ੍ਹ ਨੂੰ ਮੈਨੂੰ ਲੋੜ ਪੈ ਸਕਦੀ ਹੈ, ਮੈਂ ਇਸਤੇਮਾਲ ਅੱਜ ਇਹਨੂੰ ਲੋੜ ਪਈ, ਕੱਲ੍ਹ ਨੂੰ ਮੈਨੂੰ ਵੀ ਪੈ ਸਕਦੀ ਹੈ। ਕਿਸੇ ਦੀ ਸਹਾਇਤਾ ਕਰਦੇ ਉਹਦੇ ਮਗਰ ਸਵਾਰਥ ਹੈ ਕਿ ਅੱਜ ਮੈਂ ਇਹਦੀ ਸਹਾਇਤਾ ਕਰਦਾ, ਕੱਲ੍ਹ ਨੂੰ ਮੇਰੀ ਸਹਾਇਤਾ ਕਰੇਗਾ। ਅਤੇ ਜੋ ਕਰੀ ਨਾ ਫਿਰ ਉਹ ਲੂਣ ਹਰਾਮੀ ਹੈ। ਇਹ ਜਿਹਨੂੰ ਲੂਣ ਹਰਾਮੀ ਕਹਿੰਦੇ। ਵੀ ਲੂਣ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਕਹਿੰਦੇ ਸੀ ਜਿਸ ਘਰ ਦਾ ਲੂਣ ਖਾ ਲੈਣਾ ਉਹਦਾ ਕੋਈ ਨੁਕਸਾਨ ਨਹੀਂ ਕਰਨਾ। ਇਤਿਹਾਸ 'ਚ ਆਪਣੇ ਆਉਂਦਾ ਵੀ ਇੱਕ ਠੱਗ ਜਿਹੜਾ ਹਾਂ ਭੂਮੀ ਚੋਰ ਵਾਲਾ। ਭੂਮੀਆ ਸੀ ਪੰਚਮ ਪਾਤਸ਼ਾਹ ਆ ਗਏ ਸ਼ਰਨ, ਪਹਿਲੀ ਪਾਤਸ਼ਾਹੀ ਦੇ। ਉਹ ਕਹਿੰਦੇ ਪਏ ਚੋਰੀਆਂ ਨਾ ਕਰਿਆ ਕਰ। ਕਹੇ ਜੀ ਇਹ ਤਾਂ ਬਹੁਤ ਮੁਸ਼ਕਿਲ ਹੈ। ਕਹਿੰਦੇ ਅੱਛਾ ਫਿਰ ਐਂ ਕਰ, ਚੱਲ ਚੋਰੀ ਤੇ ਕਰ ਲਿਆ ਕਰ। ਹਟਾਉਣ ਦਾ ਢੰਗ ਹੈ ਨਾ ਇੱਕ, ਬਈ ਜਿਹਦਾ ਇੱਕ ਤਾਂ ਤੂੰ ਗਰੀਬ ਦੇ ਘਰ ਨਹੀਂ ਚੋਰੀ ਕਰਨੀ, ਇੱਕ ਜਿਹੜਾ ਹੈ ਤੂੰ ਜਿਹਦਾ ਲੂਣ ਖਾ ਲਏਗਾ ਉਹਦੀ ਘਰ ਵੀ ਚੋਰੀ ਨਹੀਂ ਕਰਨੀ ਹੈ। ਲੂਣ ਹਰਾਮੀ ਨਹੀਂ ਹੋਣਾ। ਤੀਜੀ ਇੱਕ ਗੱਲ ਹੋਰ ਕਹੀ ਉਹਨਾਂ, ਚਲੋ ਜੀ ਉਹ ਨਾ ਉਹਨੇ ਕਿਹਾ ਬਈ ਹਾਂ ਇੱਕ ਸੱਚ ਬੋਲੀ ਕਿ 3 ਗੱਲਾਂ 'ਤੇ ਪਹਿਰਾ ਦਈ, ਬਸ ਫਿਰ ਅਸੀਂ ਤੇਰੇ 'ਤੇ ਖੁਸ਼ ਹੀ ਖੁਸ਼ ਹਾਂ। ਗਰੀਬ ਮਾਰ ਨਹੀਂ ਕਰਨੀ, ਗਰੀਬ ਦੇ ਘਰ ਚੋਰੀ ਨਹੀਂ ਕਰਨੀ, ਇੱਕ ਲੂਣ ਖਾ ਕੇ ਹਰਾਮ ਨਹੀਂ ਕਰਨਾ, ਤੀਸਰਾ ਸੱਚ ਬੋਲਣਾ। ਲਓ ਜੀ ਉਹਨੇ ਕਿਹਾ ਹੁਣ ਰਾਜੇ ਦੇ ਚੋਰੀ ਕਰਨ ਜਾਣਾ, ਕੱਪੜੇ ਵਧੀਆ ਪਾ ਲਏ, ਇਹ ਕਲਾਸ, ਘੋੜੇ 'ਤੇ ਚੜ੍ਹ ਗਿਆ ਹੈ, ਆ ਗਿਆ।
ਪਹਿਰੇਦਾਰ ਪੁੱਛਦੇ ਕੌਣ ਹੈ? ਕਹਿੰਦੇ ਮੈਂ ਚੋਰ। ਉਹਨੇ ਕਿਹਾ ਇਹ ਤਾਂ ਕੋਈ ਰਾਜੇ ਦਾ ਜਾਣੂ ਹੈ, ਕਿਤੇ ਪੰਗਾ ਹੀ ਨਾ ਖੜਾ ਹੋ ਜੇ। ਉਹਨੇ ਲੰਘਾ ਤਾ। ਹੁਣ ਤਾਂ ਉਹਨੇ ਕਿਹਾ ਸੀ ਸੱਚ ਬੋਲੀ, ਹਾਲਾਂਕਿ ਚੋਰ ਖੜਾ ਕੌਣ ਕਹਿੰਦਾ ਮੈਂ ਚੋਰ। ਲੰਘ ਗਿਆ, ਐਂ ਲੰਘੀ ਗਿਆ। ਰਾਤ ਪਈ ਹੋਈ ਸੀ, ਚਲ ਸਾਰੇ ਸੁੱਤੇ ਹੋਏ ਸੀ। ਉਹਨੇ ਮਾਲ ਸਵਾਬ ਜਿਹਾ ਇਕੱਠਾ ਕੀਤਾ, ਪੰਡ ਪੁੰਡ ਬਣ ਲਈ। ਇਹਨੇ ਚਿਰ ਲੱਗ ਗਈ ਭੁੱਖ, ਕਈ ਯਾਰ ਕੋਈ ਖਾ ਲਈਏ। ਰਾਜੇ ਦੇ ਘਰ ਬੜਾ ਕੁਛ ਪਿਆ ਹੁੰਦਾ। ਉੱਥੇ ਪਈ ਸੀ ਇੱਕ ਤਾਂ ਚੀਨੀ ਹੁੰਦੀ ਹੈ, ਇੱਕ ਉਹ ਬਰੀਕ ਕਿਹੜੀ ਹੁੰਦੀ ਹੈ, ਖੰਡ। ਉੱਥੇ ਪਈ ਸੀ ਖੰਡ, ਠੀਕ ਹੈ ਨਾ, ਲੂਣ ਪਿਆ ਸੀ, ਲੂਣ ਬਰੀਕ। ਉਹਨੇ ਸੋਚਿਆ ਖੰਡ ਹੈ, ਉਹਨੇ ਫੱਕਾ ਮਾਰਿਆ, ਉਹ ਲੂਣ ਸੀ। ਉਹਨੇ ਕਿਹਾ ਵੀ ਓਹੋ, ਹੁਣ ਤਾਂ ਰਾਜੇ ਦਾ ਲੂਣ ਖਾ ਰਿਹਾ। ਅਤੇ ਗੁਰੂ ਨਾਨਕ ਕਿਹਾ ਸੀ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ। ਸਾਰੀ ਪੰਡ ਉੱਥੇ ਹੀ ਛੱਡ ਕੇ ਵਾਪਸ ਆ ਗਿਆ। ਸੋ ਮੇਰੇ ਕਹਿਣ ਦਾ ਕੀ ਮਤਲਬ, ਬਾਕੀ ਲੰਮੀ ਕਹਾਣੀ ਹੈ ਵੀ ਮਨੁੱਖ ਅੱਜ ਦਾ ਖਾਸ ਕਰਕੇ ਮੈਂ ਦੇਖਿਆ, ਅੱਜ ਤੱਕ ਕਿਸੇ ਨੂੰ ਉਧਾਰ ਦੇਣ ਦਾ ਮਤਲਬ ਹੀ ਕੋਈ ਨਹੀਂ ਹੈਗਾ। ਤੁਸੀਂ ਉਧਾਰ ਦਿੱਤਾ ਨਹੀਂ, ਤੁਹਾਡੇ ਪੈਸੇ ਵੀ ਗਏ ਅਤੇ ਤੁਹਾਡੀ ਦੋਸਤੀ ਜਾਂ ਰਿਸ਼ਤੇ ਉਹ ਵੀ ਗਈ। 100 'ਚ 1 ਜਾਂ 2% ਬੰਦੇ ਸਿਰਫ ਰਹਿ ਗਏ ਨੇ ਜਿਹੜੇ ਤੁਹਾਡੇ ਮੋੜ ਦੇਣ, ਨਹੀਂ ਤਾਂ ਸਭ ਬੇਈਮਾਨ ਹੋ ਗਏ ਹਨ। ਸੋ ਲੂਣ ਹਰਾਮੀ ਦੁਨੀਆ ਹੋ ਗਈ ਹੈ। ਸੋ ਤਾਂ ਕਹਿੰਦੇ ਉਹ ਲੂਣ ਹਰਾਮੀ ਗੁਨਾਹਗਾਰ। ਇਹ ਮਨੁੱਖ ਲੂਣ ਹਰਾਮੀ ਹੈ, ਗੁਨਾਹਗਾਰ ਹੈ। ਇਹ ਗਲਤੀਆਂ ਕਰਦਾ ਰਹਿੰਦਾ ਹੈ, ਪਾਪ ਕਰਦਾ ਰਹਿੰਦਾ ਹੈ। ਬੇਗਾਨਾ ਪਾਪ ਬੇਗਿਆਨਾ ਹੈ। ਇਹ ਬੇਗਿਆਨਾ ਹੈ, ਇਹਨੂੰ ਕੋਈ ਗਿਆਨ ਨਹੀਂ ਹੈ। ਅਲਪ ਹਿੰਦੀ ਦੇ ਸ਼ਬਦ ਨੂੰ ਅਲਪ ਨਹੀਂ ਪੜ੍ਹਨਾ, ਅਲਪ ਨਹੀਂ ਪੜ੍ਹ ਦੇਣਾ। ਕੁਝ ਪਾਠੀਆਂ ਨੂੰ ਮੈਂ ਅਲਪ ਪੜ੍ਹਦੇ ਹੋਏ ਦੇਖਿਆ, ਕਿਉਂਕਿ ਹਿੰਦੀ ਦੇ ਸ਼ਬਦ ਨੂੰ ਪੰਜਾਬੀ 'ਚ ਲਿਖਣਾ ਔਖਾ ਹੈ। ਹੁਣ ਜਿਹੜੀ ਨਵੀਆਂ ਡਿਕਸ਼ਨਰੀਆਂ ਛਪੀਆਂ ਨੇ, ਉਹ ਅੱਧਾ ਅੱਖਰ ਬਣਾਉਣ ਲਈ ਉਹਦੇ ਪੈਰ 'ਚ ਬਿੰਦੀ ਲਾ ਦਿੰਦੇ ਨੇ। ਹੁਣ ਜੇ ਡਿਕਸ਼ਨਰੀ 'ਚ ਤੁਸੀਂ ਅਲਪ ਪੜ੍ਹੋਗੇ, ਪੰਜਾਬੀ ਦੀ ਡਿਕਸ਼ਨਰੀ 'ਚ, ਉੱਥੇ ਆੜਾ ਲੱਲੇ ਦੇ ਪੈਰ 'ਚ ਬਿੰਦੀ ਪੱਪਾ, ਵੀ ਲੱਲਾ ਅੱਧਾ ਹੈ, ਅਲਪ ਨਹੀਂ ਪੜ੍ਹਨਾ ਇਸ ਨੂੰ, ਅਲਪ। ਅਲਪ B.Ed ਕਰ ਰਿਹਾ ਸੀ ਮੈਂ, ਕੋਈ ਪ੍ਰਾਈਵੇਟ ਲਈ ਪੜ੍ਹਿਆ ਸੀ। ਜੋ ਕਾਲਜ ਦਾ ਪ੍ਰੋਨਾਂਸੀਏਸ਼ਨ ਹੁੰਦਾ ਉਹ ਇੰਗਲਿਸ਼ ਦਾ ਉਹ ਨਹੀਂ ਹੋਣਾ। ਨਾਲ ਸਾਡੇ ਪ੍ਰੋਫੈਸਰ ਸੀ ਅਤੇ ਨਹੀਂ ਹਰਿਆਣਾ, ਪੰਜਾਬ ਤੋਂ ਟੱਪੇ, ਹਰਿਆਣਾ ਟੱਪਦੇ ਸਾਰੇ ਪੰਜੌਰ 'ਚ ਅਸੀਂ ਫੇਰੇ। ਉੱਥੇ ਮਿਲਕ ਬੂਥ ਸੀ। ਮੈਂ ਕਿਹਾ ਮਿਲਕ ਬੂਥ? ਮੈਨੂੰ ਕਹਿੰਦਾ ਓਏ ਮਿਲਕ ਨਹੀਂ ਹੁੰਦਾ। ਮੈਂ ਜੀ ਹੋਰ ਕੀ ਹੁੰਦਾ? ਕਹਿੰਦਾ ਮਿਲਕ ਹੁੰਦਾ। ਇਹ ਐਲ ਪੂਰਾ ਨਹੀਂ ਬੋਲਣਾ, ਅੱਧਾ ਬੋਲਣਾ। ਕਹਿੰਦੇ ਜੇ ਤੂੰ ਕਹਿੰਦੇ ਸਹੀ ਸਿੱਖਣਾ ਨਾ ਪ੍ਰੋਨਾਂਸੀਏਸ਼ਨ, ਹਿੰਦੀ ਦੀ ਡਿਕਸ਼ਨਰੀ ਰੱਖ, ਫਿਰ ਤੈਨੂੰ ਸਹੀ ਬੋਲਣਾ ਆ ਜਾਏਗਾ। ਫਿਰ ਮੈਂ ਭਾਰਦਵਾਜ ਭਾਰਗਵ ਡਿਕਸ਼ਨਰੀ ਸੀ, ਵੱਡੀ ਸਾਰੀ, ਜਿਹੜੀ ਹੁਣ ਵੀ ਮੇਰੇ ਕੋਲ ਹੈ। ਉਹ 1968 ਦੀ ਖਰੀਦੀ ਹੋਈ ਹੈ। ਉਹ ਇੰਨੇ ਸਾਲਾਂ ਦੀ। ਉਸ ਡਿਕਸ਼ਨਰੀ ਨੂੰ ਹੀ ਵੇਖ ਕੇ ਮੈਂ ਇਹ ਉਚਾਰਨ ਠੀਕ ਕਰਦੇ ਰਹਿਣਾ ਗੁਰਬਾਣੀ ਦੇ, ਵੀ ਕੀ ਇਹਦਾ ਹਿੰਦੀ 'ਚ ਇਹਦਾ ਉਚਾਰਨ ਕੀ ਹੈ। ਉੱਥੇ ਲਿਖਿਆ ਅੱਧਾ ਲੱਲਾ, ਹਿੰਦੀ ਲਿਖਿਆ ਸੀ ਅੱਧਾ ਲੱਲਾ, ਅਲਪ ਥੋੜ੍ਹਾ। ਅਤੇ ਉੱਥੇ ਮਿਲਕ, ਉੱਥੇ ਲੱਲੇ ਦੇ ਪੈਰ 'ਚ ਲਾਇਆ ਸੀ ਉਹਨਾਂ ਨੇ ਟੇਢੀ ਲਾਈਨ। ਹਿੰਦੀ ਦੇ ਵਿੱਚ ਇਸ ਤਰ੍ਹਾਂ ਅੱਧਾ ਅੱਖਰ ਬਣਾਉਣ ਲਈ ਟੇਢੀ ਲਾਈਨ ਲਾਈ ਜਾਂਦੀ ਹੈ। ਉੱਥੇ ਲਿਖਿਆ ਜਿਹੜਾ ਸੀ, ਜਿਹੜਾ ਹਿੰਦੀ ਦਾ ਉਚਾਰਨ ਸੀ, ਉੱਥੇ ਅੱਧਾ ਲੱਲਾ ਪਾਇਆ ਸੀ, ਮਿਲਕ। ਗੱਲ ਖਤਮ ਹੋ ਗਈ। ਪੰਜਾਬੀ ਦੀ ਜਿਹੜੀ ਹੁਣ ਡਿਕਸ਼ਨਰੀ, ਇੰਗਲਿਸ਼ ਟੂ ਪੰਜਾਬੀ ਡਿਕਸ਼ਨਰੀ ਪੰਜਾਬੀ ਯੂਨੀਵਰਸਿਟੀ ਨੇ ਛਪੀਆਂ ਹਨ, ਉਹਦੇ ਵਿੱਚ ਹੁਣ ਲੱਲੇ ਦੇ ਪੈਰ 'ਚ ਬਿੰਦੀ ਜਾਂ ਟੇਢੀ ਲਾਈਨ ਪਾ ਦਿੰਦੇ ਨੇ ਵੀ ਇਹ ਲੱਲਾ ਅੱਧਾ ਬੋਲਣਾ, ਮਿਲਕ। ਮਿਲਕ ਨਹੀਂ ਬੋਲਣਾ, ਮਿਲਕ ਇਸ ਤਰ੍ਹਾਂ ਬੋਲਣਾ ਹੈ। ਸੋ ਇਹਨੂੰ ਅਲਪ ਨਹੀਂ, ਪੂਰਾ ਨਹੀਂ ਬੋਲਣਾ, ਅਲਪ। ਅਲਪ ਐਂ ਬੋਲਣਾ, ਥੋੜ੍ਹਾ। ਅਲਪ ਮਤ, ਥੋੜ੍ਹੀ ਮਤ ਹੈ, ਤਾਂ ਕਿ ਮੇਰੀ ਮਤ ਥੋੜ੍ਹੀ ਰਾਮ। ਇਹ ਮਨੁੱਖ ਲੂਣ ਹਰਾਮੀ ਹੈ। ਪਰਮਾਤਮਾ ਇਹਦਾ ਕਿੰਨਾ ਕੁਛ ਕਰਦਾ ਹੈ, ਨਾ ਸ਼ੁਕਰ ਹੈ, ਉਹਦਾ ਨਾਮ ਨਹੀਂ ਜਪਦਾ, ਉਹਦਾ ਧੰਨਵਾਦ ਨਹੀਂ ਕਰਦਾ ਵੀ ਪਰਮਾਤਮਾ ਮੈਨੂੰ ਇੰਨਾ ਕੁਛ ਦਿੱਤਾ ਹੋਇਆ ਹੈ। ਇਹ ਗੁਨਾਹਗਾਰ ਹੈ, ਖਿੰਨ ਖਿੰਨ ਭੁੱਲਣਹਾਰ ਹੈ, ਇਹ ਬੇਗਿਆਨਾ ਹੈ।
ਇਹ ਥੋੜ੍ਹੀ ਮੱਤ ਵਾਲਾ ਹੈ। ਜੀਓ ਪਿੰਡ ਜਿਨ ਸੁਖ ਦੀਏ, ਜਿਸ ਨੇ ਜਿੰਦ ਦਿੱਤੀ, ਪਿੰਡ ਦਾ ਸਰੀਰ, ਜਿਸ ਪਰਮਾਤਮਾ ਨੇ ਸਰੀਰ ਦਿੱਤਾ, ਜਿਨ ਸੁਖ ਦੀਏ, ਜਿਸ ਨੇ ਸਾਨੂੰ ਸੁਖ ਦਿੱਤੇ, ਤਾਹੇ ਨਾ ਜਾਣਤ ਤਤ। ਇਹ ਜਿਹੜਾ ਮੂਰਖ ਹੈ ਉਸ ਪਰਮਾਤਮਾ, ਤਤ ਦਾ ਪਰਮਾਤਮਾ, ਉਸ ਪਰਮਾਤਮਾ ਨੂੰ ਜਾਣਦਾ ਹੀ ਨਹੀਂ ਹੈ। ਤਾਹੇ ਮੈਨੂੰ ਉਸ ਪਰਮਾਤਮਾ ਨੂੰ ਇਹ ਜਾਣਦਾ ਹੀ ਨਹੀਂ ਹੈ, ਉਹਦਾ ਨਾਮ ਹੀ ਨਹੀਂ ਜਪਦਾ, ਉਹਦਾ ਧੰਨਵਾਦੀ ਨਹੀਂ ਹੁੰਦਾ ਹੈਗਾ। ਅਸੀਂ ਧੰਨਵਾਦ ਵੇ ਤਾਂ ਨਾਮ ਹੀ ਨਹੀਂ ਜਪਦੇ, ਅਸੀਂ ਤਾਂ ਮੰਗਣ ਲਈ ਨਾਮ ਜਪਦੇ। ਧੰਨਵਾਦ ਵੇ ਤਾਂ ਅਸੀਂ ਜਪੇ ਹੀ ਨਹੀਂ ਕਦੇ ਨਾਮ। ਇਹ ਸੱਚੇ ਪਾਤਸ਼ਾਹ ਤੂੰ ਕਿੰਨਾ ਕੁਛ ਦਿੱਤਾ, ਤੇਰਾ ਬੜਾ ਬੜਾ ਧੰਨਵਾਦ ਹੈ। ਅਸੀਂ ਧੰਨਵਾਦ ਵਜੋਂ ਨਾਮ ਨਹੀਂ ਜਪਦੇ, ਨਾ ਧੰਨਵਾਦ ਵਜੋਂ ਕਦੇ ਬਾਣੀ ਪੜ੍ਹਦੇ। ਹਾਂ, ਕਦੇ ਜੇ ਸੁੱਖ ਲਈਏ ਫਿਰ ਉਹ ਸੁੱਖ ਨਾ ਉਤਾਰ ਲਈ ਕਰਦੇ ਹਾਂ ਧੰਨਵਾਦ ਜੀ ਤੁਹਾਡਾ ਜੀ, ਬੜਾ ਤੁਸੀਂ ਮੇਰਾ ਕੰਮ ਕਰਤਾ ਜੀ, ਮੈਨੂੰ ਨੌਕਰੀ ਦੇ ਦਿੱਤੀ ਜੀ, ਮੇਰਾ ਫਲਾਣਾ ਕਰਤਾ, ਮੇਰਾ ਫਲਾਣਾ ਕਰਤਾ। ਉਹ ਵੀ ਅਸੀਂ ਪਹਿਲਾਂ ਸੌਦੇਬਾਜ਼ੀ ਕੀਤੀ ਵੀ ਜੇ ਮੇਰਾ ਕੰਮ ਕਰੇਗਾ ਤਾਂ ਅਖੰਡ ਪਾਠ ਕਰਾਉਂ, ਨਹੀਂ ਤਾਂ ਸਤਿ ਸ੍ਰੀ ਅਕਾਲ। ਦੋ ਤਰ੍ਹਾਂ ਦਾ ਹੁੰਦਾ ਸੁੱਖ ਨਾਲ। ਇੱਕ ਤਾਂ ਹੁੰਦਾ ਐਮਰਜੈਂਸੀ ਆ ਗਈ ਹੈ, ਜਿਵੇਂ ਇੱਕ ਲੜਕਾ ਬਿਜਲੀ ਦੇ ਖੰਭੇ ਤੋਂ ਡਿੱਗ ਪਿਆ, ਕਿਸੇ ਨੇ ਗਲਤੀ ਨਾਲ ਮਗਰੋਂ ਹੈਂਡਲ ਚੱਕਦਾ, ਉਹ ਖੰਭੇ ਚੜਿਆ ਹੋਇਆ ਸੀ, ਉਹਨੂੰ ਕਰੰਟ ਵਜ੍ਹਾ ਪਟਕਾ ਕੇ ਮਾਰਿਆ ਧਰਤੀ 'ਤੇ। ਚਲੋ ਰਜਿੰਦਰ ਹਸਪਤਾਲ ਦਾਖਲ ਕਰਾ ਦਿੱਤਾ। ਉਹ ਫਿਰ ਮੇਰੇ ਕੋਲ ਆਏ, ਮੈਂ ਕਿਹਾ ਜੀ ਦੇਖੋ ਹੁਣ ਪਾਠ ਕਰਨ ਦਾ ਤਾਂ ਵੇਲਾ ਨਹੀਂ, ਤੁਸੀਂ ਸਾਰੇ ਉਲਝੇ ਹੋਏ ਹੋ, ਤੁਸੀਂ ਇੱਕ ਅਖੰਡ ਪਾਠ ਸੁੱਖ ਲਓ ਵੀ ਸੱਚੇ ਪਾਤਸ਼ਾਹ ਇਹਨੂੰ ਤੰਦਰੁਸਤੀ ਬਖਸ਼ੋ, ਅਸੀਂ ਅਖੰਡ ਪਾਠ ਕਰਾਵਾਂਗੇ। ਜਦੋਂ ਮੈਂ ਕਿਹਾ ਉਹਨਾਂ ਨੇ ਆਪਣੇ ਮੱਥੇ 'ਤੇ ਹੱਥ ਮਾਰਿਆ, ਕਹਿੰਦੇ ਓਹੋ ਬਾਬਾ ਜੀ, ਅੱਜ ਤੋਂ 24 ਸਾਲ ਪਹਿਲਾਂ ਅਸੀਂ ਸੁੱਖਿਆ ਸੀ ਸਾਡੇ ਘਰ ਪੁੱਤਰ ਹੋਵੇ, ਅਸੀਂ ਅਖੰਡ ਪਾਠ ਕਰਾਵਾਂਗੇ, ਇਹ 23 ਸਾਲਾਂ ਦਾ ਹੋ ਗਿਆ ਹੈ, ਸਾਰਾ ਅਸੀਂ ਮੁੜ ਕੇ ਅਖੰਡ ਪਾਠ ਹੀ ਨਹੀਂ ਕਰਾਇਆ। ਫਿਰ ਲੂਣ ਹਰਾਮੀ ਨਹੀਂ ਹੈ, ਇਹ ਕੀ ਹੈ, ਨਾ ਸ਼ੁਕਰੇ ਲੋਕ ਨਹੀਂ ਹੈਗੇ। ਫਿਰ ਮੈਂ ਕਿਹਾ ਚਲੋ ਇਹ ਜਦੋਂ ਠੀਕ ਹੋ ਜਾਏਗਾ, ਜੋ ਠੀਕ ਹੈ ਫਿਰ ਤੁਸੀਂ 2 ਅਖੰਡ ਪਾਠ ਕਰਾਓ, ਇੱਕ ਜੋ ਪਹਿਲਾਂ ਸੁੱਖਿਆ ਸੀ, ਇੱਕ ਜੋ ਹੁਣ ਸੁੱਖਿਆ ਹੈ, ਤਾਂ ਤੁਹਾਡੀ ਗੱਲ ਬਣੇਗੀ। ਸੋ ਮਨੁੱਖ ਕਹਿੰਦੇ ਬਸ ਆਪਣਾ ਕੰਮ ਹੋ ਗਿਆ, ਹੁਣ ਕੀ ਲੈਣਾ। ਹਾਂਜੀ, ਜਿਹੜਾ ਰੱਬ ਨਾਲ ਗੁਰੂ ਨਾਲ ਇਸ ਤਰ੍ਹਾਂ ਕਰਦੇ, ਸਾਡੇ ਤੁਹਾਡੇ ਨਾਲ ਕਿਉਂ ਨਹੀਂ ਕਰੇਗਾ ਵੀ ਉਹ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਸ ਨੇ ਸਾਨੂੰ ਜਿੰਦ ਦਿੱਤੀ ਹੈ, ਸਾਨੂੰ ਸਰੀਰ ਦਿੱਤਾ ਹੈ, ਸਾਨੂੰ ਸੁੱਖ ਦਿੱਤੇ ਨੇ, ਉਸ ਪਰਮਾਤਮਾ ਨੂੰ ਇਹ ਜਾਣਦਾ ਹੀ ਨਹੀਂ ਹੈਗਾ। ਲਾਹਾ ਮਾਇਆ ਕਾਰਨੇ ਦਹਿ ਦਿਸ ਢੂੰਡਣ ਜਾਏ। ਵੀ ਮਾਇਆ ਤੋਂ ਲਾਭ ਹੈ, ਮਾਇਆ ਨੂੰ 10 ਦਿਸ਼ਾਵਾਂ 'ਚ ਢੂੰਡਣ ਜਾਂਦਾ ਵੀ ਕਿੱਥੇ ਜਾ ਕੇ ਮਾਇਆ ਮਿਲੇਗੀ। ਆਸਟ੍ਰੇਲੀਆ ਮਿਲੇਗੀ, ਕੈਨੇਡਾ ਮਿਲੇਗੀ, ਕਿੱਥੇ ਜਾ ਕੇ ਮਿਲੇਗੀ, ਉੱਥੇ ਜਾਂਦਾ ਬੰਦਾ ਮਾਇਆ ਦੀ ਖਾਤਰ ਹੀ ਜਾਂਦਾ ਨਾ, ਕੋਈ ਹੋਰ ਹੋਵੇ। ਕਈਆਂ ਕੋਲ ਬਹੁਤ ਕੁਛ ਹੈ। ਇੱਕ ਬੀਬੀ ਆ ਗਈ ਸੋਹਣੀ ਸੁਨੱਖੀ ਚੰਗੀ ਪਰਸਨੈਲਿਟੀ ਸੀ, ਮੈਂ ਬੀਬਾ ਕਿਵੇਂ ਆਏ ਜੀ, ਫੋਰਨ ਜਾਣਾ। ਮੈਂ ਇੱਥੇ ਹੀ ਕੰਮ ਕਰਦੇ ਹੋ ਜੀ, ਮੈਂ ਯੂਨੀਵਰਸਿਟੀ ਪ੍ਰੋਫੈਸਰ ਲੱਗੀ ਹੋਈ। ਮੈਂ ਤੁਹਾਡਾ ਘਰ ਵਾਲਾ ਕੀ ਕਰਦਾ, ਕਦੇ ਉਹ ਵੀ ਪ੍ਰੋਫੈਸਰ ਲੱਗਾ ਹੋਇਆ। ਮੈਂ ਹੈ ਬੀਬਾ ਹੁਣ ਤੁਸੀਂ ਬਹੁਤ ਪੜ੍ਹੇ ਲਿਖੇ ਹੋ, ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਦਿਲ 'ਚ ਮੈਂ ਕਹਿੰਦੀ ਮੈਂ ਲਾਹ ਪਾ ਕਰ ਦੇਣੀ ਸੀ ਹੁਣ ਵੀ ਇੱਥੇ ਕਿਸੇ ਚੀਜ਼ ਦੀ ਕਮੀ ਹੈ, ਨਾ ਉਹਦੀ ਟਰਾਂਸਫਰ ਹੋਣੀ ਹੈ ਨਾ ਤੁਹਾਡੀ ਟਰਾਂਸਫਰ ਹੋਣੀ ਹੈ। ਇੱਥੇ ਬੈਠੇ ਹੋ ਲੱਖਾਂ ਰੁਪਏ ਲੈ ਰਹੇ ਹੋ, ਫਿਰ ਬਾਹਰ ਜਾਣਾ। ਇਹ ਮਾਇਆ ਕਰਨੀ ਹੈ ਨਾ, ਇਹ ਮਾਇਆ ਦੀ ਹਵਸ ਪੂਰੀ ਨਹੀਂ ਹੁੰਦੀ। ਮੈਂ ਦੇਖਿਆ ਜਿਉਂ ਜਿਉਂ ਵੱਧਦੀ ਹੈ ਸਗੋਂ ਤਿਉਂ ਤੋਂ ਇਹਦੀ ਹਵਸ ਜ਼ਿਆਦਾ ਵੱਧਦੀ। ਹਾਂ, ਹੋਰ ਹੋਵੇ ਹੋਰ ਹੋਵੇ। ਔਰ ਅਡਾਨੀ ਅੰਬਾਨੀ ਵਰਗੇ ਅਰਬਾਂ ਰੁਪਈਏ ਲਈ ਫਿਰਦੇ ਨੇ, ਕੀ ਇਹਨਾਂ ਨੂੰ ਚੱਕ ਮਾਰਨ ਨਾ। ਬਸ ਇਹ ਹੈ ਮੈਂ ਹਿੰਦੁਸਤਾਨ 'ਚ ਪਹਿਲੇ ਨੰਬਰ 'ਤੇ ਆ ਜਾ, ਦੂਜੇ ਵਾਲੇ ਨੂੰ ਫਿਕਰ ਲੱਗਾ ਹੋਇਆ ਮੈਂ ਪਹਿਲੇ ਨੰਬਰ 'ਤੇ ਆ ਜਾ। ਪਹਿਲੇ ਵਾਲੇ ਨੂੰ ਫਿਕਰ ਲੱਗਾ ਕਿਤੇ ਮੈਂ ਦੂਜੇ ਨੰਬਰ 'ਤੇ ਨਾ ਆ ਜਾਣ, ਮੈਂ ਪਹਿਲੇ 'ਤੇ ਹੀ ਰਹਾਂ। ਗੁਰੂ ਮਹਾਰਾਜ ਜਿਹੜਾ ਦਿਸਦਾ ਉਹੀ ਚਿੰਤਾਤਰ ਹੈ। ਸੋ ਇਹ ਜਿਹੜੀ ਹੈ ਨਾ ਹਵਸ ਮਾਇਆ ਦੀ ਜਿਹੜੀ ਪੂਰੀ ਹੁੰਦੀ ਇਹ ਮੈਂ ਦੇਖਿਆ ਜਿਉਂ ਜਿਉਂ ਵੱਧ ਹੁੰਦੀ ਹੈ ਅਤੇ ਉਹ ਤੋਂ ਇਹ ਵੱਧਦਾ ਲਾਲਚ ਵੀ ਹੋਰ ਹੋਵੇ ਹੋਰ ਹੋਵੇ। ਲਾਹਾ ਮਾਇਆ ਕਾਰਨੇ ਦਹਿ ਦਿਸ ਢੂੰਡਣ ਜਾਏ। ਵੀ ਮਾਇਆ ਤੋਂ ਲਾਭ ਹੈ, ਇਸ ਲਈ ਮਾਇਆ ਨੂੰ 10 ਦਿਸ਼ਾਵਾਂ 'ਚ ਲੱਭਣ ਜਾਂਦਾ ਹੈ। ਦੇਵਨ ਹਾਰ ਦਾਤਾਰ ਪ੍ਰਭ, ਦੇਣ ਵਾਲਾ ਤੇ ਦਾਤਾ ਹੈ, ਪਰਮਾਤਮਾ ਹੈ।
ਨਿਮਖ ਨਾ ਮਨੈ ਵਸਾਏ, ਉਹਨੂੰ ਤੇ ਇੱਕ ਸੈਕਿੰਡ ਲਈ ਮਨ 'ਚ ਨਹੀਂ ਵਸਾਉਂਦਾ। ਹੇ ਇਨਸਾਨ, ਜਿਸ ਨੇ ਤੈਨੂੰ ਮਾਇਆ ਦੇਣੀ ਹੈ ਉਹਨੂੰ ਤਾਂ ਤੂੰ ਮਨ 'ਚ ਵਸਾਉਂਦਾ ਨਹੀਂ, ਤੇ ਮਾਇਆ ਦੀ ਖਾਤਰ ਤੂੰ ਦੇਸਾਂ ਪ੍ਰਦੇਸਾਂ 'ਚ ਫਿਰ ਰਿਹਾ ਹੈ। ਲਾਲਚ ਝੂਠ ਵਿਕਾਰ ਮੋਹ ਇਹ ਸੰਪੈ ਮਨ ਮਾਹੀ। ਮਨ 'ਚ ਕੀ ਹੈ? ਲਾਲਚ ਹੈ, ਝੂਠ ਹੈ, ਬੇਕਾਰ ਬੁਰਾਈਆਂ ਹਨ, ਮੋਹ ਹੈ। ਇਹ ਸਾਰੀ ਚੀਜ਼ਾਂ ਦੀ ਸੰਪਤੀ ਹੈ ਮਨ 'ਚ। ਇਹ ਚੀਜ਼ਾਂ ਸਾਡੇ ਸੰਪਤੀ ਦੀ ਤਰ੍ਹਾਂ ਸਾਡੇ ਮਨ 'ਚ ਬਹਿ ਗਏ ਨੇ। ਲੰਪਟ ਚੋਰ ਨਿੰਦਕ ਮੋਹ ਤੈਨੂੰ ਸੰਗ ਵਿਹਾ। ਲੰਪਟ ਹੁੰਦਾ ਲੁੱਚੇ ਲਫੰਗੇ, ਚੋਰ ਨਿੰਦਕ ਜਿਹੜੇ ਪਰਮਾਤਮਾ ਨੂੰ ਨਿੰਦੇ ਰਹਿੰਦੇ ਨੇ, ਇਹਨਾਂ ਦੇ ਨਾਲ ਉਹ ਆਪਣਾ ਸਮਾਂ ਬਤੀਤ ਕਰਦਾ ਹੈ, ਸਤ ਸੰਗਤ ਨਹੀਂ ਕਰਦਾ, ਇਹੋ ਜਿਹੇ ਦੇ ਨਾਲ ਸੰਗਤ ਕਰਦਾ। ਤੁਧ ਭਾਵੈ ਤਾਂ ਬਖਸ਼ ਲੈ। ਇਹ ਪਰਮਾਤਮਾ ਸਿੱਧੀ ਗੱਲ ਹੋ ਰਹੀ। ਜਦੋਂ ਕਿਸੇ ਨਾਲ ਸਿੱਧੀ ਗੱਲ ਹੋ ਰਹੀ ਹੋਵੇ ਉਦੋਂ ਫਿਰ ਲਹਿ ਨਹੀਂ ਪੜਨਾ। ਕੀ ਪੜਨਾ? ਲਹਿ। ਤੁਧ ਭਾਵੈ ਤਾਂ ਬਖਸ਼ ਲੈ, ਖੋਟੇ ਸੰਗ ਕਰੇ। ਹੇ ਪਰਮਾਤਮਾ, ਜੇ ਤੈਨੂੰ ਚੰਗਾ ਲੱਗੇ ਤਾਂ ਇਹਨਾਂ ਖੋਟਿਆਂ ਨੂੰ ਖਰਿਆਂ ਦੀ ਸੰਗਤ 'ਚ ਭੇਜ ਕੇ ਨਾ ਬਖਸ਼ ਦਿੰਦਾ ਤੂੰ। ਖੋਟਿਆਂ ਨੂੰ ਖਰਿਆਂ ਦੀ ਸੰਗਤ 'ਚ ਭੇਜ ਦੇ। ਚੱਲ ਬਈ, ਕਈ ਵਾਰੀ ਖਰੇ ਨੂੰ ਖੋਟੇ ਕੋਲ ਭੇਜ ਦਿੰਦਾ ਅਤੇ ਕਈ ਵਾਰੀ ਖੋਟੇ ਨੂੰ ਖਰੇ ਕੋਲ ਭੇਜ ਦੇ। ਦਾਤੇ ਮਰਜ਼ੀ ਹੈ। ਗੁਰੂ ਨਾਨਕ ਨੇ ਖੋਟਿਆਂ ਨੂੰ ਮਿਲੇ ਜਾ ਕੇ। ਪਰਮਾਤਮਾ ਨੇ ਖਰੇ ਗੁਰੂ ਨਾਨਕ ਨੂੰ ਖੋਟਿਆਂ ਨੂੰ ਮਿਲਣ ਲਈ ਭੇਜਿਆ ਵੀ ਜਾਓ, ਇਹ ਤੁਹਾਡੀ ਸੰਗਤ ਕਰਨਗੇ, ਇਹ ਵੀ ਖਰੇ ਹੋ ਜਾਣਗੇ। ਪਰਮਾਤਮਾ ਜੇ ਚਾਹੇ ਤਾਂ ਇਹਨਾਂ ਖੋਟਿਆਂ ਨੂੰ ਵੀ ਖਰਿਆਂ ਦੀ ਸੰਗਤ ਦੇ ਕੇ ਨਾ ਬਖਸ਼ ਲੈਂਦਾ ਹੈ, ਕਿਉਂ ਫਿਰ ਖੋਟਪੁਣਾ ਛੱਡ ਦਿੰਦਾ, ਨਾਮ ਜਪ ਲੈਂਦਾ, ਪਰਮਾਤਮਾ ਨੂੰ ਬਖਸ਼ ਦਿੰਦਾ ਹੈ। ਨਾਨਕ ਭਾਵੈ ਪਾਰ ਬ੍ਰਹਮ ਪਾਹਣ ਨੀਰ ਤਰੇ। ਪਾਹਣ ਹਿੰਦੀ ਦਾ ਸ਼ਬਦ ਹੈ, ਪੱਥਰ ਨੂੰ ਕਹਿੰਦੇ ਨੇ। ਨੀਰ ਵੀ ਹਿੰਦੀ ਦਾ ਸ਼ਬਦ ਪਾਣੀ। ਜੇ ਹੇ ਪਰਮਾਤਮਾ, ਜੇ ਤੈਨੂੰ ਭਾਵੇ, ਤੈਨੂੰ ਚੰਗਾ ਲੱਗੇ, ਤੂੰ ਪੱਥਰਾਂ ਨੂੰ ਵੀ ਪਾਣੀ ਦੇ ਉੱਤੇ ਤੈਰਨ ਲਾ ਦਿੰਦਾ ਹੈ। ਜਦੋਂ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਲੰਕਾ ਨੂੰ ਜਾਣ ਲਈ ਪੁਲ ਬਣਾਉਣਾ ਸੀ, ਹੁਣ ਤਾਂ ਹਿੰਦੁਸਤਾਨ ਅਤੇ ਲੰਕਾ ਦਾ 22 ਕਿਲੋਮੀਟਰ ਦਾ ਆਪਸੀ ਫਰਕ ਹੈ ਸਮੁੰਦਰ 'ਚ। ਉਦੋਂ ਅੱਧਾ ਕੁ ਕਿਲੋਮੀਟਰ ਹੀ ਮਸਾਂ ਫਰਕ ਸੀ, ਕਿਉਂਕਿ ਹਜ਼ਾਰਾਂ ਸਾਲਾਂ ਦੇ ਵਿੱਚ ਪਾਣੀ ਦੇ ਧੱਕੇ ਨਾਲ ਜਿਹੜੇ ਹੈ ਕਿਨਾਰੇ ਖੁਰਦੇ ਰਹੇ, ਉਹ ਚੌੜਾ ਹੁੰਦਾ ਗਿਆ। ਉਦੋਂ ਥੋੜ੍ਹਾ ਹੀ ਦੂਰ ਸੀ ਬਸ। ਰਾਮ ਚੰਦਰ ਜੀ ਨੇ ਇੱਕ ਗੀਟਾ, ਪੱਥਰ ਦਾ ਇੱਕ ਟੁਕੜਾ ਹਨੂੰਮਾਨ ਜੀ ਨੂੰ ਦਿੱਤਾ। ਕਹਿੰਦੇ ਪੱਥਰ 'ਤੇ ਲਿਖ ਰਾਮ, ਇਹਨੂੰ ਚੱਕ ਕੇ ਸਮੁੰਦਰ ਸੁੱਟ ਦੇ। ਉਹਨੇ ਚੱਕ ਕੇ ਲਿਖਿਆ ਰਾਮ, ਸਮੁੰਦਰ 'ਚ ਪੱਥਰ ਤਰਨ ਲੱਗ ਪਿਆ। ਤਾਂ ਹੀ ਕਹਿੰਦੇ ਰਾਮ ਨਾਲੋਂ ਰਾਮ ਦਾ ਨਾਮ ਵੱਡਾ। ਤਾਂ ਹੀ ਗੁਰੂ ਨਾਨਕ ਦੀ ਪੁੱਛਿਆ ਸੀ ਜੀ ਵੀ ਰੱਬ ਤੋਂ ਕੋਈ ਵੱਡਾ ਹੁੰਦਾ? ਕਹਿੰਦੇ ਹਾਂ ਹੁੰਦਾ। ਕਹਿੰਦੇ ਉਹ ਕੌਣ ਹੁੰਦਾ? ਵੀ ਰੱਬ ਤੋਂ ਵੱਡਾ ਕੌਣ ਹੁੰਦਾ? ਕਹਿੰਦੇ ਰੱਬ ਦਾ ਨਾਮ ਹੁੰਦਾ। ਰੱਬ ਦਾ ਨਾਮ ਹੁੰਦਾ। ਉਹਨਾਂ ਆਪਣਾ ਨਾਮ ਨਹੀਂ ਲਿਖਾਇਆ, ਪਰਮਾਤਮਾ ਦਾ ਨਾਮ ਲਿਖਾਇਆ। ਲਿਖ ਰਾਮ। ਹਿੰਦੂ ਪਰਮਾਤਮਾ ਨੂੰ ਰਾਮ ਕਹਿੰਦੇ ਨੇ। ਇੱਕ ਰਾਮ ਚੰਦਰ ਹੈ ਜਿਹੜਾ ਰਾਜਾ ਹੋਇਆ, ਇੱਕ ਰਾਮ ਹੈ। ਮਹਾਤਮਾ ਗਾਂਧੀ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਰਾਮ ਰਾਮ ਕਰਦੇ ਹੋ, ਕਿਹੜੇ ਰਾਮ ਨੂੰ ਯਾਦ ਕਰਦੇ? ਕਿ ਜਿਹੜਾ ਸਾਰਿਆਂ 'ਚ ਰਮਿਆ ਹੋਇਆ ਹੈ, ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੈ, ਮੈਂ ਉਸ ਨੂੰ ਯਾਦ ਕਰਦਾ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਪਰਮਾਤਮਾ ਦਾ ਨਾਮ ਲਿਖਵਾਇਆ, ਪੱਥਰ ਤਰਨ ਲੱਗ ਪਿਆ। ਬਸ ਕਦੇ ਸੁੱਟੀ ਜਾ, ਰਾਮ ਰਾਮ ਲਿਖ ਕੇ ਸੁੱਟੀ ਜਾ। ਸੋ ਜੇ ਪਰਮਾਤਮਾ ਚਾਹੇ ਪੱਥਰਾਂ ਨੂੰ ਵੀ ਤਾਰ ਸਕਦਾ ਹੈ, ਨਹੀਂ ਤਾਂ ਪੱਥਰ ਦਾ ਕੰਮ ਡੁੱਬ ਜਾਣਾ ਪਾਣੀ, ਉਹਦੀ ਮਰਜ਼ੀ ਹੈ। ਨਾਨਕ ਭਾਵੈ ਪਾਰ ਬ੍ਰਹਮ ਪਾਹਣ ਨੀਰ ਤਰੇ। ਪੱਥਰ ਵੀ ਪਾਣੀ 'ਚ ਤਰਨ ਲੱਗ ਜਾਂਦੇ ਹਨ। ਸ਼ਲੋਕ। ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ। ਪਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਹੇ ਪਰਮਾਤਮਾ,
ਖਾਂਦਿਆਂ ਪੀਂਦਿਆਂ ਖੇਡਦਿਆਂ ਹੱਸਦਿਆਂ। ਪਰਮੇ ਜਨਮ ਅਨੇਕ, ਅਸੀਂ ਕਈ ਜਨਮਾਂ 'ਚ ਭਟਕਦੇ ਰਹੇ। ਬਸ ਸਮਾਂ ਖਾਣ ਪੀਣ ਹੱਸਣ ਖੇਡਣ 'ਚ ਬਿਤਾਤਾ, ਨਾਮ ਤੇ ਜਪਿਆ ਕੋਈ ਨਹੀਂ। ਫਿਰ ਇਸ ਲਈ ਜੂਨੀਆਂ ਤਾਂ ਮਿਲਣੀਆਂ ਹੀ ਸਨ। ਖਾਤ ਪੀਤ ਖੇਲਤ ਹਸਤ, ਇਹਨੂੰ ਹਸਤ ਨਹੀਂ ਪੜ੍ਹਨਾ, ਹਸਤ। ਹਸਤ ਮੈਨੇ ਹੱਥ ਵੀ ਹੁੰਦਾ, ਹਸਤਾਖਰ। ਜਿਵੇਂ ਹਿੰਦੀ ਕਹਿੰਦੇ ਨੇ ਹਸਤ ਹੱਥ, ਫਾਰਸੀ 'ਚ ਕਹਿੰਦੇ ਦਸਤ। ਆਪਾਂ ਕਹਿੰਦੇ ਦਸਤਖਤ ਕਰੋ ਜੀ, ਇੱਥੇ ਉਹ ਪੂਰਾ ਨਹੀਂ ਬੋਲਦੇ, ਦਸਤ ਕਰੋ ਜੀ, ਦਸਤ ਖਤ ਵੀ ਆਪਣੇ ਹੱਥਾਂ ਨਾਲ ਲਿਖੋ ਆਪਣਾ ਨਾਮ, ਉਹ ਹੈ ਦਸਤ ਖਤ। ਹਿੰਦੀ ਵਾਲੇ ਉਸੇ ਨੂੰ ਕਹਿੰਦੇ ਹਸਤਾਖਰ। ਹੱਥ ਦੇ ਨਾਲ ਅੱਖਰ ਲਿਖੋ ਜੀ, ਆਪਣਾ ਨਾਮ ਲਿਖੋ। ਇੰਗਲਿਸ਼ ਕਹਿੰਦੇ ਸਿਗਨੇਚਰ। ਸਿਗਨੇਚਰ ਨੂੰ ਹਿੰਦੀ 'ਚ ਕਹਿੰਦੇ ਹਸਤਾਖਰ, ਜਿਹਨੂੰ ਆਪਾਂ ਪੰਜਾਬੀ ਕਹਿੰਦੇ ਹਸਤਾਖਰ। ਆਪਾਂ ਅੱਖਰ ਕਹਿੰਦੇ, ਹਿੰਦੀ 'ਚ ਅਕਸ਼ਰ ਹੁੰਦਾ, ਪੰਜਾਬੀ 'ਚ ਅੱਖਰ ਹੁੰਦਾ, ਹਿੰਦੀ 'ਚ ਅਕਸ਼ਰ ਹੁੰਦਾ, ਹਸਤਾਖਰ, ਜਿਹਨੂੰ ਇੰਗਲਿਸ਼ ਕਹਿੰਦੇ ਸਿਗਨੇਚਰ। ਹੁਣ ਪੰਜਾਬੀ 'ਤੇ ਕਿਉਂਕਿ ਫਾਰਸੀ ਦਾ ਪ੍ਰਭਾਵ ਹੈ, ਇਸ ਲਈ ਆਪਾਂ ਕਹਿੰਦੇ ਦਸਤਖਤ ਕਰੋ ਜੀ। ਦਸਤਖਤ ਪੰਜਾਬੀ ਦਾ ਸ਼ਬਦ ਨਹੀਂ, ਇਹ ਫਾਰਸੀ ਦਾ ਸ਼ਬਦ ਹੈ। ਦਸਤ ਹੱਥ ਨੂੰ ਕਹਿੰਦੇ ਨੇ। ਖੈਰ, ਗੁਰੂ ਮਹਾਰਾਜ ਕਹਿੰਦੇ ਖਾਤ ਪੀਤ ਖੇਲਤ ਹਸਤ, ਤਾਂ ਮੈਂ ਕਿਹਾ ਵੀ ਹਸਤ ਨਹੀਂ ਬੋਲਣਾ, ਇਸ ਨੂੰ ਹਸਤ। ਖਾਂਦਿਆਂ ਪੀਂਦਿਆਂ ਖੇਡਦਿਆਂ ਹੱਸਦਿਆਂ। ਭਰਮੇ ਜਨਮ ਅਨੇਕ, ਅਨੇਕਾਂ ਜਨਮਾਂ 'ਚ ਭਟਕਦੇ ਰਹੇ। ਭਰਮੇ ਭਟਕਦੇ ਰਹੇ, ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ 'ਚ। ਭਵਜਲ ਤੇ ਕਾਢੋ ਪ੍ਰਭੂ, ਨਾਨਕ ਤੇਰੀ ਟੇਕ। ਹੇ ਪਰਮਾਤਮਾ, ਮੈਂ ਹੁਣ ਤੇਰਾ ਓਟ ਆਸਰਾ ਲਿਆ, ਮੈਨੂੰ ਇਸ ਭਵ ਸਾਗਰ ਤੋਂ ਬਾਹਰ ਕੱਢ ਦਿਓ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੰਨੀਆਂ ਬੁਰਾਈਆਂ ਹਨ, ਗੁਰਬਾਣੀ 'ਚ ਉਹਨੂੰ ਕਿਹਾ ਭਵਜਲ, ਭਵ ਸਾਗਰ। ਉਹਨੂੰ ਭਵ ਸਾਗਰ ਵੀ ਕਿਹਾ। ਭਾਵ ਹਿੰਦੀ ਦਾ ਸ਼ਬਦ ਹੈ ਵੱਡਾ, ਵੱਡਾ। ਇੱਕ ਸਮੁੰਦਰ ਹੁੰਦਾ, ਇੱਕ ਸਾਗਰ ਹੁੰਦਾ। ਸਮੁੰਦਰ ਛੋਟਾ ਹੁੰਦਾ, ਜੇ ਵੱਡਾ ਸਮੁੰਦਰ ਹੋਵੇ ਹਿੰਦੀ ਵਾਲੇ ਉਹਨੂੰ ਕਹਿੰਦੇ ਸਾਗਰ, ਭਵ ਸਾਗਰ। और कहते उसका भव्य स्वागत किया गया। हिंदी कहते ਉਹਦਾ ਭਵਯ ਸਵਾਗਤ ਕੀਤਾ ਗਿਆ, ਬਹੁਤ ਸਵਾਗਤ ਕੀਤਾ ਉਹਨੂੰ। ਭਵਯ ਤੋਂ ਭਾਵ ਨਾਲ ਲਿਆ ਗਿਆ, ਭਾਵ ਬਹੁਤ ਵੱਡਾ। ਇਹ ਬੁਰਾਈਆਂ ਨੂੰ ਬਹੁਤ ਵੱਡਾ ਸਮੁੰਦਰ ਕਿਹਾ ਗਿਆ ਹੈ, ਜਿਹਨੂੰ ਪਾਰ ਕਰਨਾ ਬੜਾ ਮੁਸ਼ਕਿਲ ਹੈ। ਸਮੁੰਦਰ ਨੂੰ ਪਾਰ ਕਰ ਲਈ ਫਿਰ ਸਮੁੰਦਰੀ ਜਹਾਜ਼ ਦੀ ਲੋੜ ਹੈ। ਇਹ ਪਰਮਾਤਮਾ ਜਿਹੜਾ ਨਾਮ ਹੈ ਨਾ, ਫਿਰ ਇਹ ਜਹਾਜ਼ ਦਾ ਕੰਮ ਕਰਦਾ। ਕਿ ਸਤਿਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿੰਨੇ ਪਾਰ ਲੰਘਣਾ। ਛੋਟੇ ਦੇ ਸੁਣਦੇ ਹੁੰਦੇ ਸੀ ਮਹਾਂਪੁਰਖਾਂ। ਸਤਿਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿੰਨੇ ਪਾਰ ਲੰਘਣਾ। ਆਜੋ ਜਿੰਨੇ ਪਾਰ ਲੰਘਣਾ, ਸਤ ਜਹਾਜ਼ ਬਣਾਇਆ, ਆਜੋ ਜਿੰਨੇ ਪਾਰ ਲੰਘਣਾ। ਇਹ ਬਾਣੀ ਜਹਾਜ਼ ਹੈ। ਕਹਿੰਦੇ ਜਿਹਨੇ ਪਾਰ ਲੰਘਣਾ, ਬਸ ਇਹ ਬਾਣੀ ਰੂਪੀ ਜਹਾਜ਼ ਨਾਲ ਜੁੜ ਜਾਓ, ਪਾਰ ਲੰਘ ਜਾਓਗੇ। ਬਾਣੀ ਪੜ੍ਹੋ, ਨਾਮ ਜਪੋ, ਇਹੀ ਜਹਾਜ਼ ਹੈ। ਸੋ ਇਸ ਲਈ ਭਾਈ ਕਹਿੰਦੇ ਖਾਂਦਿਆਂ ਪੀਂਦਿਆਂ ਖੇਡਦਿਆਂ ਹੱਸਦਿਆਂ ਅਨੇਕਾਂ ਜੂਨੀਆਂ ਬਤੀਤ ਕਰ ਲਈਆਂ, ਭਟਕਦੇ ਰਹੇ। ਹੁਣ ਫਿਰ ਅਕਲ ਆ ਗਈ ਨਾ ਇਸ ਜਨਮ 'ਚ। ਹੇ ਪਰਮਾਤਮਾ, ਮੈਨੂੰ ਤਾਂ ਤੇਰਾ ਹੀ ਓਟ ਆਸਰਾ ਹੈ, ਮੈਨੂੰ ਇਸ ਭਵਜਲ ਤੋਂ ਬਾਹਰ ਕੱਢ ਲਵੋ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।